ਇਹੀ ਕਮਰਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਹੁੰਦਾ ਸੀ। ਇਸੇ ਕਮਰੇ ਤੋਂ ਬਾਅਦ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਠਹਿਰਦੇ ਨੇ, ਜਿਸ ਕਮਰੇ 'ਚ ਸੰਤ ਰਿਹਾ ਕਰਦੇ ਸੀ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਜਾਂਦੇ ਆ। ਇਹ ਕਮਰਾ ਛੱਡਣਾ ਕਿਉਂ ਪਿਆ? ਇਹ ਆਮ ਕਿਹਾ ਜਾਂਦਾ ਅਕਾਲ ਤਖਤ ਸਾਹਿਬ ਤੇ ਗਏ ਆ। ਸੰਤ ਜੀ ਦਾ ਨਿਵਾਸ ਅਕਾਲ ਤਖਤ ਸਾਹਿਬ ਤੇ ਨਹੀਂ, ਸੰਤ ਜੀ ਦਾ ਨਿਵਾਸ ਥੜਾ ਸਾਹਿਬ ਤੇ ਸੀ। ਮੈਂ ਕਈ ਵਾਰੀ ਸੋਚਦਾ ਹੁੰਨਾ ਜਾਨਾ ਕਿ ਇਸ ਪੱਥਰ ਤੇ ਲਹੂ ਡੁੱਲਿਆ ਹੋਊਗਾ, ਇੱਥੇ ਸ਼ਹੀਦ ਹੋਇਆ ਹੋਊਗਾ ਕੋਈ। ਜਿਵੇਂ ਤੁਸੀਂ ਕਿਹਾ ਕਿ ਇੱਥੇ ਆ ਕੇ ਮੈਨੂੰ ਵਾਈਬਸ ਮਹਿਸੂਸ ਹੋ ਰਹੀਆਂ, ਲੱਗਦਾ ਵੀ ਕਦੇ ਇਹਨਾਂ ਥਾਵਾਂ ਨੂੰ ਛੂਹਿਆ ਹੋਊਗਾ ਉਸੇ ਥਾਂ ਤੇ ਖੜੇ। ਇੱਥੋਂ ਦੇ ਜਰੇ ਜਰੇ ਚ ਸੰਤ ਥਮਾਏ ਵੀ ਆ। ਇਹ ਸਿੱਖਾਂ ਦੇ ਖੂਨ ਨਾਲ, ਸਿੱਖਾਂ ਦੇ ਮਿੱਝ ਨਾਲ ਤਿਆਰ ਹੋਈ ਵੀ ਜਿਹੜੀ ਇਮਾਰਤ ਆ। ਬੀਜੇਪੀ ਦਾ ਇੱਕ ਲੀਡਰ ਸਵਾਮੀ ਸੋਹਰਾਮਨ ਇਸੇ ਕਮਰੇ 'ਚ ਆਉਂਦੇ ਆ ਜਿੱਥੇ ਕਿਹਾ ਜਾ ਰਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਇਸ ਕਮਰੇ ਦੇ ਵਿੱਚ ਖਾਲਿਸਤਾਨ ਦੇ ਪਾਸਪੋਰਟ ਬਣ ਰਹੇ ਆ, ਇਸ ਕਮਰੇ ਦੇ ਵਿੱਚ ਖਾਲਿਸਤਾਨ ਦੀ ਕਰੰਸੀ ਛਾਪੀ ਜਾ ਰਹੀ ਹੈ। ਪਰ ਉਹ ਤਾਂ ਆ ਕੇ ਕਹਿੰਦੇ ਆ ਕਿ ਮੈਨੂੰ ਬੜੀ ਹਾਸੋਹੀਣੀ ਗੱਲ ਲੱਗਦੀ ਸਵਾਮੀ ਸੁਬਰਾਮਨੀਅਮ ਜਦੋਂ ਇੱਥੇ ਆਉਂਦੇ ਆ, ਕਹਿੰਦੇ ਇਹੋ ਜਿਹਾ ਤਾਂ ਕੁਝ ਵੀ ਨਹੀਂ ਸੀ। ਜਿਵੇਂ ਜੰਗ ਹਿੰਦ ਪੰਜਾਬ ਦਾ ਸ਼ਾਹ ਮੁਹੰਮਦ ਕਹਿੰਦਾ ਨਾ, ਉਹ ਹਮਲਾ ਜੰਗ ਹਿੰਦ ਪੰਜਾਬ ਦਾ ਸੀਗਾ। ਉਹ ਭਾਰਤ ਸਰਕਾਰ ਨੇ ਹਮਲਾ ਕੀਤਾ, ਰੂਸ ਦੀ ਕਾਮਰੇਡ ਸਰਕਾਰ ਨੇ ਤੇ ਫਰਾਂਸ ਦੀ ਸਰਕਾਰ ਨੇ ਉਹਦੀ ਸਪੋਰਟ ਕੀਤੀ। ਸਾਨੂੰ ਅਰਦਾਸ 'ਚ ਇਹ ਗੱਲ ਕਹਿਣੀ ਚਾਹੀਦੀ ਹੈ, ਮੰਨਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਹਮਲਾ ਕੀਤਾ ਸੀਗਾ ਦਰਬਾਰ ਸਾਹਿਬ ਤੇ। ਕੱਲੀ ਇੱਕ ਪਾਰਟੀ ਤੇ ਗੱਲ ਸਿੱਟਣ ਨਾਲੋਂ, ਪਾਰਟੀ ਦੋਸ਼ੀ ਹੈ ਤੇ ਤੋਂ ਮੁੱਕਰਿਆ ਨਹੀਂ ਜਾ ਸਕਦਾ। ਪਰ ਭਾਜਪਾ ਕਿਹੜਾ ਦੋਸ਼ੀ ਨਹੀਂ ਸੀ? ਭਾਜਪਾ ਨੇ ਵੀ ਸਹਿਮਤੀ ਦਿੱਤੀ ਸੀ। ਅੱਜ ਵੀ ਜੋ ਸਰਕਾਰ ਚਾਹੁੰਦੀ ਆ, ਘੱਟੋ ਘੱਟ ਆਪਦਾ ਪਾਪ ਮੰਨ ਲਿਓ। ਇੱਕ ਜਿਹੜੀ ਦਿਆਨਤ ਦਾ ਜੋ ਉਹਨਾਂ 'ਚ ਮਾੜੀ ਮੋਟੀ ਕੋਈ ਇਮਾਨਦਾਰੀ ਜਾਂ ਕੋਈ ਸੰਗ ਸ਼ਰਮ ਬਚੀ ਆ, ਉਹ ਮੰਨਣ ਵੀ ਅਸੀਂ ਐਡੇ ਵੱਡੇ ਪਾਪ ਇਸ ਪਵਿੱਤਰ ਸਥਾਨ ਤੇ ਕੀਤੇ ਆ। ਫੌਜੀਨ ਗੈਸ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਬੰਦ ਹੋ ਗਈ ਆ, ਵੀ ਕਿਤੇ ਨਹੀਂ ਛਿੜਕਣੀ। ਫੌਜੀਨ ਗੈਸ ਇੱਥੇ ਲਿਆ ਕੇ ਛੱਡੀ ਗਈ ਆ ਇੱਥੋਂ ਸੰਗਤ ਨੂੰ ਮਾਰਨ ਵਾਸਤੇ। ਬਰਾੜ ਦੀਆਂ ਕਿਤਾਬਾਂ ਪੜ੍ਹ ਲਓ, ਦੁਸ਼ਮਣ ਸੀਗਾ ਉਹਨਾਂ ਦੀ ਅਧਿਆਤਮਕ ਰਮਜਾਂ ਨੂੰ, ਅਧਿਆਤਮਕ ਉਚਾਈ ਨੂੰ ਤਾਂ ਉਹਨੇ ਵੀ ਮੰਨਿਆ, ਉਹਨਾਂ ਦੇ ਦੁਸ਼ਮਣ ਨੇ ਮੰਨਿਆ ਕਿਹਾ। ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਨਾਰਾ ਦਿੰਦੇ ਹੁੰਦੇ ਸੀ। ਤੇ ਨਾਰਾ ਦੇ ਕੇ ਜਿਸ ਕਮਰੇ 'ਚ ਆਉਂਦੇ ਸੀ, ਜਿਹੜਾ ਕਮਰਾ ਗੁਰੂ ਨਾਨਕ ਨਿਵਾਸ 'ਚ ਉਹਨਾਂ ਕੋਲ ਹੁੰਦਾ ਸੀ, ਅੱਜ ਅਸੀਂ ਉਸ ਕਮਰੇ ਦੇ ਦਰਸ਼ਨ ਕਰਾਉਣ ਲੱਗੇ ਹਾਂ ਤੁਹਾਨੂੰ। ਤੇ ਆਡਿਟ ਬ੍ਰਾਂਚ ਦਾ ਜਿਹੜਾ ਇਸ ਵੇਲੇ ਇੱਥੇ ਦਫ਼ਤਰ ਬਣਿਆ ਹੋਇਆ, ਇਹੀ ਕਮਰਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਹੁੰਦਾ ਸੀ। ਇਸੇ ਕਮਰੇ ਤੋਂ ਬਾਅਦ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਠਹਿਰਦੇ ਨੇ, ਉੱਥੇ ਜਾ ਕੇ ਰੁਕਦੇ ਨੇ। ਪਰ ਉਸ ਤੋਂ ਪਹਿਲਾਂ ਇਸ ਕਮਰੇ 'ਚ ਰਿਹਾ ਕਰਦੇ ਸੀ ਸੰਤ। ਇਸ ਕਮਰੇ ਦੇ ਵਿੱਚ ਆਪਾਂ ਚੱਲਦੇ ਹਾਂ, ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਕਮਰਾ। ਤੇ ਆਡਿਟ ਬ੍ਰਾਂਚ ਦਾ ਜਿਹੜਾ ਇਸ ਵੇਲੇ ਦਫ਼ਤਰ ਬਣਿਆ ਹੋਇਆ ਇੱਥੇ, ਤੇ ਸਾਰੇ ਜਿਹੜੇ ਵੀਰ ਇਸ ਵੇਲੇ SGPC ਦੇ ਜਿਹੜੇ ਵੀਰ ਨੇ ਉਹ ਵੀ ਸਾਡੇ ਨਾਲ ਨੇ, ਜਿਹੜੇ ਦਫ਼ਤਰ ਦੇ ਵਿੱਚ ਕਰਮਚਾਰੀ ਨੇ। ਤੇ ਜਿਹੜੇ ਬਾਈ ਸਿਮਰਜੀਤ ਸਿੰਘ ਇਹ ਵੀ ਸਾਡੇ ਨਾਲ ਨੇ, ਸਿੱਖ ਸਕਾਲਰ ਨੇ। ਤੇ ਪਿੱਛੇ ਸੰਤਾਂ ਦੀ ਤਸਵੀਰ ਲੱਗੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਕਿਉਂਕਿ ਮੈਂ SGPC ਦੇ ਜਿਹੜੇ ਸਿੰਘ ਨੇ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ, ਕਹਿ ਰਹੇ ਨੇ ਕਿ ਜਿਹੜਾ ਇਹ ਕਮਰਾ ਆ, ਕਿਉਂਕਿ ਸੰਤਾਂ ਦਾ ਆਪਣਾ ਕਮਰਾ ਸੀ, ਇਸ ਕਰਕੇ ਅਸੀਂ ਲਿਆ ਕੇ ਇਹ ਤਸਵੀਰ ਲਾਈ ਹੈ। ਤੇ ਜਿਹੜੇ ਕਰਮਚਾਰੀ ਇੱਥੇ ਬੈਠੇ ਉਹਨਾਂ ਨਾਲ ਵੀ ਗੱਲ ਕਰਾਂਗੇ। ਤੇ ਪਹਿਲਾਂ ਬਾਈ ਆਪਾਂ ਸਿਮਰ ਦੇ ਨਾਲ ਗੱਲ ਕਰਦੇ ਹਾਂ, ਬਾਈ ਸਿਮਰਜੀਤ ਸਿੰਘ ਹੋਰਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਘੱਲੂਘਾਰੇ ਤੇ ਹਰ ਸਾਲ ਆਉਂਦੇ ਆ, ਸਾਰੇ ਆਉਂਦੇ ਆ, ਪਰ ਮੈਂ ਵੀ ਪਹਿਲੀ ਵਾਰ ਆਇਆ। ਅੱਗੇ ਆ ਜਾਓ। ਪਹਿਲੀ ਵਾਰ ਮੈਂ ਆਇਆ, ਮੈਂ ਕਿਹਾ ਵੀ ਉਹ ਕਮਰਾ ਦੇਖਿਆ ਜਾਵੇ ਜਿਸ ਕਮਰੇ 'ਚ ਸੰਤ ਰਿਹਾ ਕਰਦੇ ਸੀ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਜਾਂਦੇ ਆ। ਇਹ ਕਮਰਾ ਛੱਡਣਾ ਕਿਉਂ ਪਿਆ? ਅਕਾਲ ਤਖਤ ਸਾਹਿਬ ਜਾਣ ਦਾ ਜਿਹੜਾ ਮੋਢਾ ਉਹ ਕਿਵੇਂ ਬਚਦਾ? ਇੱਥੇ ਕੋਈ ਇੰਟਰਨਲ ਕੋਈ ਜਿਹੜਾ ਕਨਫਲਿਕਟ ਹੋਏ ਆ ਕਿਸੇ ਕਿਸਮ ਦੇ, ਤੇ ਤਾਂ ਕਰਕੇ ਜਿਹੜਾ ਮਤਲਬ ਕੋਈ ਪ੍ਰਬੰਧਕੀ ਜਾਂ ਕੋਈ ਹੋਰ ਕਨਫਲਿਕਟ ਹੋਏ ਆ, ਜਾਂ ਜਿਹੜੀਆਂ ਪੋਲੀਟੀਕਲੀ ਕੁਛ ਕੁ ਜਿਹੜੀਆਂ ਮਤਲਬ ਸਟੇਟਮੈਂਟਸ ਪੁੱਠੀਆਂ ਗੈਰ ਜਿਹੜੇ ਆ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੀਗੀਆਂ, ਹੋਰ ਰਾਜਨੀਤਿਕ ਪਾਰਟੀਆਂ ਵੱਲੋਂ। ਤੇ ਇੱਕ ਜਾਣ ਕੇ, ਜਿਵੇਂ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਵੀ ਸੰਤਾਂ ਨੂੰ ਜਾਣ ਕੇ ਉਹਨਾਂ ਦਾ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਹੋ ਜਿਹੀਆਂ ਕੁਛ ਕੁ ਚਾਲਾਂ ਜਿਵੇਂ ਉਹਨਾਂ ਦੇ ਵਿਰੁੱਧ ਚੱਲੀਆਂ ਹੀ ਜਾਂਦੀਆਂ ਸੀਗੀਆਂ, ਉਹ ਚੱਲੀਆਂ ਜਾਂਦੀਆਂ ਰਹੀਆਂ। ਤੇ ਇਸ ਕਰਕੇ ਸੰਤ ਜਿਹੜੇ ਹੈਗੇ ਆ, ਇਹ ਸਥਾਨ ਉਹਨਾਂ ਨੇ ਛੱਡ ਕੇ ਗਏ। ਜਿਹੜਾ ਇੱਕ ਗੱਲ ਸਮਝਣ ਵਾਲੀ ਆ, ਗਏ
ਇਹ ਆਮ ਕਿਹਾ ਜਾਂਦਾ ਅਕਾਲ ਤਖਤ ਸਾਹਿਬ ਤੇ ਗਏ ਆ। ਸੰਤ ਜੀ ਅਕਾਲ ਤਖਤ ਸਾਹਿਬ ਤੇ ਜਾਂਦੇ ਸੀਗੇ। ਅਕਾਲ ਤਖਤ ਸਾਹਿਬ ਤੇ ਜਿਹੜੀਆਂ ਮਤਲਬ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ, ਪਰ ਸੰਤ ਜੀ ਦੀ ਜਿਹੜਾ ਮਤਲਬ ਟਿਕਾਣਾ ਹੈਗਾ ਉੱਥੇ ਨੇੜੇ ਗੁਰਦੁਆਰਾ, ਜਿਵੇਂ ਆਪਾਂ ਦੇਖਦੇ ਹਾਂ ਥੜਾ ਸਾਹਿਬ ਆ, ਉੱਥੇ ਟਿਕਾਣਾ ਸੀ। ਸੰਤ ਜੀ ਦਾ ਨਿਵਾਸ ਅਕਾਲ ਤਖਤ ਸਾਹਿਬ ਤੇ ਨਹੀਂ ਸੀ, ਸੰਤ ਜੀ ਦਾ ਨਿਵਾਸ ਥੜਾ ਸਾਹਿਬ ਤੇ ਸੀ। ਇਹ ਤੁਸੀਂ ਕੋਈ ਮਤਲਬ ਜਿਹੜਾ ਗੁਰੂ ਦੀ ਕਿਰਪਾ ਹੈਗਾ ਤੇ ਮੇਰੇ ਵੱਡੇ ਕੋਈ ਕਰਮ ਕਿ ਅੱਜ ਮੈਂ ਇਸ ਸਥਾਨ ਤੇ ਆ। ਮੈਂ ਕੋਈ ਮਤਲਬ ਮਿਸਟੀਕਲ ਵਾਈਬ੍ਰੇਸ਼ਨ ਫੀਲ ਕਰਦਾ ਹੈਗਾ ਜਾਂ ਕੋਈ ਅਧਿਆਤਮਕ ਵਾਈਬ੍ਰੇਸ਼ਨ ਫੀਲ ਕਰਦਾ ਕਿ ਇਸ ਕਮਰੇ 'ਚ, ਇਸ ਪਾਕ ਕਮਰੇ 'ਚ ਤੁਸੀਂ ਮੈਨੂੰ ਲੈ ਕੇ ਆਏ ਆ। ਇਹ ਉਹ ਸਥਾਨ ਆ ਜਿੱਥੇ ਪੰਥ ਦੇ ਮਹਾਨ ਦਾਰਸ਼ਨਿਕ ਸਰਦਾਰ ਕਪੂਰ ਸਿੰਘ ICS ਇਸੇ ਗੁਰੂ ਨਾਨਕ ਨਿਵਾਸ ਦੀ ਛੱਤ ਤੇ, ਜਿਹੜੀ ਆਪਾਂ ਆਮ ਫੋਟੋ ਦੇਖਦੇ ਹਾਂ ਸੰਤ ਜਰਨੈਲ ਸਿੰਘ ਜੀ ਨਾਲ ਡਾਇਲੋਗ ਕਰਦੇ ਆ, ਉਹਨਾਂ ਨੂੰ ਬਹੁਤ ਦਾਰਸ਼ਨਿਕ ਡੂੰਘਾਈਆਂ ਦੀਆਂ ਗੱਲਾਂ ਕਰਦੇ ਹੈਗੇ, ਰਾਜਨੀਤਿਕ ਡੂੰਘਾਈਆਂ ਦੀਆਂ ਗੱਲਾਂ ਕਰਦੇ ਆ। ਤੇ ਨਾਲ ਇਹ ਆ ਮੈਂ ਦੇਖਦਾ ਵੀ ਜਿਹੜਾ ਇੱਕ ਇੰਟਲੈਕਟ ਦੀ ਕਦਰ ਕੀ ਆ। ਇੰਟਲੈਕਟ ਦੀ ਕਦਰ ਇਹ ਆ ਕਿ ਇੰਟਲੈਕਟ ਨੂੰ ਸੰਤ ਨਵਾਜਦਾ। ਸੰਤ ਜਿਹੜਾ ਇੱਕ ICS ਅਫਸਰ ਆ, ਐਡਾ ਵੱਡਾ ਇੰਟਲੈਕਟ ਆ, ਇੰਨੀਆਂ ਭਾਸ਼ਾਵਾਂ ਦਾ ਗਿਆਤਾ ਸਰਦਾਰ ਕਪੂਰ ਸਿੰਘ ICS ਆ, ਉਹ ਕਹਿੰਦੇ ਆ ਵੀ ਜਿਹੜਾ ਮੇਰੀ ਸਾਰੀ ਜ਼ਿੰਦਗੀ ਦੀ ਘਾਲ ਕਮਾਈ ਆ, ਇਹਦਾ ਜੇ ਕਿਣਕਾ ਮਾਤਰ ਕਦਰ ਪੈਣੀ ਆ ਤਾਂ ਸੰਤਾਂ ਦੇ ਚਰਨਾਂ 'ਚ ਪੈਣੀ ਆ। ਇੱਥੇ ਇਸ ਨਿਵਾਸ ਤੇ ਜਿਹੜਾ ਹੈਗਾ ਉਹਨਾਂ ਦੀਆਂ ਮਤਲਬ ਬਹੁਤ ਗੰਭੀਰ ਗੱਲਾਂ ਬਾਤਾਂ ਡਾਇਲੌਗ ਹੁੰਦੇ ਰਹੇ ਆ। ਤੇ ਇਹ ਮੁਕੱਦਸ ਥਾਂ ਹੈ, ਪਵਿੱਤਰ ਥਾਂ ਹੈ। ਇੱਥੇ ਮੈਨੂੰ ਤਾਂ ਹੁਣ ਵੀ ਸੰਤਾਂ ਦੀਆਂ ਵਾਈਬ੍ਰੇਸ਼ਨ ਮਹਿਸੂਸ ਹੁੰਦੀਆਂ ਹੈਗੀਆਂ। ਤੇ ਦਰਬਾਰ ਸਾਹਿਬ ਆਪਾਂ ਜਾਂਦੇ ਹਾਂ, ਜਦੋਂ ਘੱਲੂ ਘਾਰੇ ਦਾ ਦਿਨ ਹੁੰਦਾ, ਦਿਵਸ ਮਨਾਉਂਦੇ ਆਪਾਂ ਸ਼ਹੀਦਾਂ ਸਿੰਘਾਂ ਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਜਾਂਦਾ ਕਿ ਇਸ ਪੱਥਰ ਤੇ ਲਹੂ ਡੁੱਲਿਆ ਹੋਊਗਾ, ਇੱਥੇ ਸ਼ਹੀਦ ਹੋਇਆ ਹੋਊਗਾ ਕੋਈ। ਜਿਵੇਂ ਤੁਸੀਂ ਕਿਹਾ ਕਿ ਇੱਥੇ ਆ ਕੇ ਮੈਨੂੰ ਵਾਈਬਸ ਮਹਿਸੂਸ ਹੋ ਰਹੀਆਂ, ਲੱਗਦਾ ਵੀ ਕਦੇ ਇਹਨਾਂ ਥਾਵਾਂ ਨੂੰ ਛੂਹਿਆ ਹੋਊਗਾ, ਉਸੇ ਥਾਂ ਤੇ ਖੜੇ। ਬਿਲਕੁਲ, ਅਸਲ 'ਚ ਨਾ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜਾ ਸਿੱਖ ਧਰਮ ਆ ਨਾ, ਇਹਦੇ 'ਚ ਅਸੀਂ ਕਹਿੰਦੇ ਨਾ ਗੁਰੂ ਮਾਨਿਓ ਗ੍ਰੰਥ। ਇੱਕ ਹੋਰ ਜਿਹੜਾ ਹੈਗਾ ਉਹ ਜਦੋਂ ਮੈਂ ਗ੍ਰੰਥ ਪੜ੍ਹੇ ਆ, ਗੁਰੂ ਮਾਨਿਓ ਪੰਥ ਵੀ ਆਉਂਦਾ ਹੈ। ਪੰਥ ਨੂੰ ਵੀ ਗੁਰੂ ਸਾਹਿਬ ਦੇ ਜਿੰਨਾ ਸਤਿਕਾਰ ਦਿੱਤਾ ਗਿਆ, ਗ੍ਰੰਥ ਨੂੰ ਵੀ ਓਨਾ ਸਤਿਕਾਰ ਦਿੱਤਾ ਗਿਆ। ਜਦੋਂ ਅਸੀਂ ਇਹਦੀ ਅਧਿਆਤਮਕ ਰਮਜ਼ਾਂ 'ਚ ਜਾਂਦੇ ਹੈਗੇ ਆ, ਖਾਲਸਾ ਗੁਰੂ ਨਾਲ ਇੱਕਮਿਕ ਆ, ਪਰਮਾਤਮਾ ਨਾਲ ਇੱਕਮਿਕ ਆ, ਆਪੇ ਗੁਰ ਆਪੇ ਚੇਲਾ ਹੈਗਾ। ਇਸ ਢੰਗ ਨਾਲ ਮਤਲਬ ਖਾਲਸੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਵੀ ਆ, ਖਾਲਸੇ ਦੇ ਵਿੱਚ 10 ਗੁਰੂ ਸਾਹਿਬ ਦੀਆਂ ਜੋਤਾਂ ਦਾ ਪ੍ਰਕਾਸ਼ ਵੀ ਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਆ। ਤੇ ਪ੍ਰੋਫੈਸਰ ਪੂਰਨ ਸਿੰਘ ਜੀ ਤਾਂ ਇਹ ਕਹਿੰਦੇ ਆ ਵੀ ਖਾਲਸਾ ਜਿਹੜਾ ਆਪਦੇ ਆਪ 'ਚ ਪੂਰੇ ਦਾ ਪੂਰਾ ਇੱਕ ਸਿੱਖ ਮਤਲਬ ਜਿਹੜਾ 500 ਸਾਲ ਦਾ ਇਤਿਹਾਸ ਉਹਦੇ ਕਣ ਕਣ 'ਚ ਸਮਾਇਆ ਪਿਆ। ਜਿਹੜੀ ਤੁਸੀਂ ਗੱਲ ਕੀਤੀ, ਮੈਂ ਵਾਈਬ੍ਰੇਸ਼ਨਸ ਤਾਂ ਮਹਿਸੂਸ ਕਰਦਾ ਹੀ ਹਾਂ। ਜਦੋਂ ਤੁਸੀਂ ਆਪਣਾ ਜਦੋਂ ਦਰਬਾਰ ਸਾਹਿਬ ਤੇ ਐਂਟਰੈਂਸ ਆ, ਤੁਸੀਂ ਇਹ ਠਾ ਕੇ ਸਰੋਵਰ ਕੋਲੇ ਮੱਥਾ ਟੇਕਦੇ ਪੌੜੀਆਂ ਉਤਰ ਕੇ, ਉਹ ਜਿਹੜਾ ਥਾਂ ਉਹਦੇ ਤੇ ਬਿਲਕੁਲ ਸਾਈਡ ਤੇ ਜਿਹੜਾ ਉਹ ਜੰਗਲਾ ਹਜੇ ਵੀ ਥੰਭਿਆ, ਉੱਥੇ ਸੰਤਾਂ ਦੀ ਦੇਹ ਰੱਖੀ ਗਈ ਹੈਗੀ ਆ। ਦਰਸ਼ਨਾਂ ਨੂੰ ਕਹਿ ਲਓ ਜਾਂ ਬਾਅਦ ਚੋਂ ਪੋਲੀਟਿਕਸ ਸਰਕਾਰ ਦੀ ਹੁੰਦੀ ਹੈ ਵੀ ਇੱਕ ਵਾਰੀ ਤਾਂ ਦੇਹ ਨੂੰ ਉੱਥੇ ਰੱਖ ਦਿੰਦੇ ਆ, ਮਗਰ ਉਹਨੂੰ ਡਿਨਾਈ ਕਰਦੇ। ਇੱਕ ਆਪਾਂ ਪੂਰਾ ਉਹ ਚੱਲਦਾ ਦੇਖ ਰਹੇ ਹਾਂ ਵੀ ਨਹੀਂ ਸੰਤ ਸ਼ਹੀਦ ਨਹੀਂ ਹੋਏ, ਆਹ ਹੋ ਗਿਆ, ਇੱਕ ਡਿਸਕੋਰਸ ਪੂਰਾ ਚੱਲਦਾ ਹੈਗਾ ਉਹਨਾਂ ਦੀ ਇਮੇਜ ਨੂੰ ਖਰਾਬ ਕਰਨ ਵਾਸਤੇ। ਜਿਹੜਾ ਤੁਸੀਂ ਖੂਨ ਦੀ ਗੱਲ ਕਰ ਰਹੇ ਆ, ਇੱਥੇ ਵਾਈਬ੍ਰੇਸ਼ਨ ਹੈਗੀਆਂ, ਇੱਥੋਂ ਦੇ ਜਰੇ ਜਰੇ 'ਚ ਸੰਤ ਸਮਾਏ ਵੀ ਆ। ਜਾਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਆ, ਕਹਿੰਦੇ ਜਦੋਂ ਦਰਬਾਰ ਸਾਹਿਬ 'ਚ ਤੁਸੀਂ ਮੱਥਾ ਟੇਕਣ ਜਾਂਦੇ ਆ, ਬਹੁਤ ਅੰਤਰ ਧਿਆਨ ਹੋ ਕੇ ਗੁਰੂ ਦਾ ਛਿਣ ਛਿਣ ਨਾਮ ਧਿਆਉਂਦੇ ਹੋਏ ਕਿਤੇ ਭੈ 'ਚ ਇੱਥੇ ਆਓ ਕਿਰਾਂ, ਤੇ ਹਰ ਇੱਕ ਸਿਲ ਤੇ, ਹਰ ਇੱਕ ਪੱਥਰ ਤੇ ਪੈਰ ਰੱਖਣ ਤੋਂ ਪਹਿਲਾਂ ਤੁਸੀਂ ਉਸ ਗੁਰੂ ਦਾ ਧਿਆਨ ਧਰੋ। ਇਸ ਜਗ੍ਹਾ ਦੇ ਹਰ ਇੱਕ ਪੱਥਰ ਦੇ ਹੇਠਾਂ ਹਜ਼ਾਰਾਂ ਲੱਖਾਂ ਸਿੱਖਾਂ ਦੇ ਸੀਸ ਲੱਗੇ ਪਿਆ। ਇਹ ਪੱਥਰ, ਇਹ ਗੁਰੂ ਘਰ, ਇਹਦਾ ਜੇ ਇਹ ਮਿੱਟੀ ਗਾਰੇ ਦਾ ਜਿਹੜਾ ਬਣਿਆ ਪਿਆ, ਉਸ ਗਾਰੇ 'ਚ ਸਿੱਖਾਂ ਦਾ ਖੂਨ ਪਿਆ, ਕੋਈ ਪਾਣੀ ਨਹੀਂ ਪਿਆ। ਇਹ ਸਿੱਖਾਂ ਦੇ ਖੂਨ ਨਾਲ, ਸਿੱਖਾਂ ਦੇ ਮਿੱਝ ਨਾਲ ਤਿਆਰ ਹੋਈ ਵੀ ਜਿਹੜੀ ਇਮਾਰਤ ਆ। ਤੇ ਜਦੋਂ ਤੁਸੀਂ ਹੇਠਾਂ ਉਤਰਦੇ ਹੈਗੇ ਆ ਪੌੜੀਆਂ ਤੋਂ, ਐਂਟਰੈਂਸ ਤੋਂ, ਉਹਦੇ ਨਾਲ ਹੀ ਜਿਹੜੇ ਕਮਰੇ ਹੈਗੇ ਆ ਨਾ ਪਰਲੇ ਪਾਸੇ ਨੂੰ, ਹੁਕਮਨਾਮਾ ਸਾਹਿਬ ਜਿੱਧਰ ਲਿਖੇ ਪਿਆ, ਉਹ ਕਮਰੇ ਦੇਖੋ ਜਿੱਥੋਂ ਉੱਥੇ ਕਾਰਨਰ ਆਏ ਕਾਰਨਰ ਆ, ਉਸ ਕਮਰਿਆਂ 'ਚ ਉਹ ਜਿਹੜੇ ਬਰਾਂਡੇ ਹੈਗੇ ਆ, ਉਹ ਬਰਾਂਡਿਆਂ ਦਾ ਜਿਹੜਾ 20-25 ਫੁੱਟ ਥਾਂ ਹੈ, ਇੱਥੋਂ ਭੰਗੀ ਤੇ ਹੋਰ ਜਿਹੜੇ ਵਿਚਾਰੇ ਗਰੀਬ ਸੀਗੇ ਉਹਨਾਂ ਨੂੰ ਇਕੱਠਾ ਕਰਕੇ
ਤੇ ਉਹਨਾਂ ਨੂੰ ਜਿਵੇਂ ਕਿਹਾ ਜਾਂਦਾ ਵੀ ਸਰਕਾਰ ਨੇ ਦਾਰੂ ਪਿਆਈ ਜਾਂ ਹੋਰ ਕੁਝ ਕੀਤਾ ਵੀ ਉਹਨਾਂ ਨੇ ਇਹ ਕੰਮ ਕਰਨਾ। ਸਾਰੇ ਸਿੰਘਾਂ ਦੀਆਂ ਲਾਸ਼ਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਤੋਂ ਚੁਕਵਾਈਆਂ ਗਈਆਂ। ਉਹ ਲਾਸ਼ਾਂ ਚੁਕਵਾ ਕੇ ਉਸ ਥਾਂ ਤੇ ਜਿਹੜੀ ਤੁਹਾਨੂੰ ਮੈਂ ਦੱਸਿਆ ਹੈਗਾ ਪੌੜੀਆਂ ਦੇ ਹੇਠਾਂ ਜਿਹੜੇ ਬਰਾਂਡੇ ਹੈਗੇ ਨੁੱਕਰ ਆ ਜਿੱਥੋਂ ਇਹ ਕਰਬ ਬਣਦੀ ਆ, ਉਸ ਥਾਂ ਤੇ ਉਹ ਲਾਸ਼ਾਂ ਰੱਖੀਆਂ ਗਈਆਂ ਤੇ ਉੱਥੇ ਉਹਨਾਂ ਨੂੰ ਸੜਾਂਦ ਮਾਰਨ ਲੱਗ ਗਈ ਲਾਸ਼ਾਂ ਦੀ। ਉਹਨਾਂ ਪੱਥਰਾਂ 'ਚ ਤੁਸੀਂ ਅੱਜ ਵੀ ਜਾ ਕੇ ਦੇਖੋ, ਖੂਨ ਜਿਹੜਾ ਇੰਨਾ ਡੁੱਲਿਆ, ਪੱਥਰ ਦੇ ਮਸਾਮ ਹੁੰਦੇ ਆ ਜਿਵੇਂ ਮਿੱਟੀ 'ਚ ਮਸਾਮ ਹੁੰਦੇ, ਪੱਥਰ ਭਾਵੇਂ ਇੰਨਾ ਸਖਤ ਆ ਉਹਦੇ 'ਚ ਮਸਾਮ ਹੁੰਦੇ ਆ, ਉਹ ਲਹੂ ਉਹਨਾਂ 'ਚ ਸਮਾ ਗਿਆ। ਤੇ ਉਹ ਲਹੂ ਦੇ ਪ੍ਰਿੰਟ ਅੱਜ ਵੀ ਤੁਸੀਂ ਦੇਖ ਸਕਦੇ ਆ। ਖੂਨ ਦੇ ਕਤਰਿਆਂ ਦੇ ਮੈਂ ਸਾਡੇ ਸਿੰਘਾਂ ਨੂੰ ਦਿਖਾ ਕੇ ਆਇਆ, ਖੂਨ ਦੇ ਕਤਰਿਆਂ ਦੇ ਪ੍ਰਿੰਟ ਜਿਹੜੇ ਇੰਨੀਆਂ ਰਗੜਾਈਆਂ ਹੋ ਗਈਆਂ ਉੱਥੇ ਪੱਥਰ ਦੀਆਂ, ਪਰ ਜਿੱਥੋਂ ਤਾਈਂ ਪੱਥਰ ਦੀਆਂ ਤਹਿਆਂ 'ਚ ਖੂਨ ਸਮਾ ਗਿਆ ਉਹ ਖੂਨ ਲੈ ਨਹੀਂ ਸਕਦਾ ਉੱਤੋਂ, ਜਿੰਨੀਆਂ ਮਰਜ਼ੀ ਰਗੜਾਈਆਂ ਹੋ ਜਾਣ। ਉਹ ਯਾਦਾਂ ਹਜੇ ਪਈਆਂ ਜਿੱਥੇ ਇੱਥੋਂ ਮਤਲਬ ਜਦੋਂ ਹਿੰਦ ਸਰਕਾਰ ਨੇ, ਮੈਂ ਇੱਕ ਗੱਲ ਹੋਰ ਕਹਿਣਾ, ਇਹ ਗਲਤੀ ਕਰਦੇ ਮੈਨੂੰ ਮਾਫ ਕਰਨ ਕਿਰਾਂ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ। ਜਦੋਂ ਸਾਡੀ ਅਰਦਾਸ ਹੁੰਦੀ ਹੈਗੀ ਆ, ਇੱਕ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਆ ਕਾਂਗਰਸ ਪਾਰਟੀ ਦਾ, ਉਹਨੇ ਇਹ ਸਾਰਾ ਘਟਨਾਕ੍ਰਮ ਰਚਾਇਆ, ਉਹਨੇ ਇਹ ਕਤਲੇਆਮ ਇੱਥੇ ਕੀਤਾ, ਇੱਥੇ ਟੈਂਕਾਂ ਟੋਪਾਂ ਲਿਆਂਦੀਆਂ, ਪਰ ਭਾਈ ਭਾਰਤ ਦੀ ਸਹਿਮਤੀ ਸੀ, ਭਾਰਤ ਸਰਕਾਰ ਦੀ ਸਹਿਮਤੀ ਸੀ। ਜੇ ਸਾਡੇ ਕਿਸੇ ਸਿੰਘ ਨੂੰ ਇਹ ਕਹਿਣ ਤੋਂ ਡਰ ਲੱਗਦਾ, ਮੈਂ ਤਾਂ ਜੋ ਸੱਚ ਹੈਗਾ ਮੈਂ ਤਾਂ ਉਹ ਬੋਲੂੰਗਾ। ਉਹ ਹਮਲਾ ਜਿਵੇਂ ਜੰਗ ਹਿੰਦ ਪੰਜਾਬ ਦਾ ਸ਼ਾਹ ਮੁਹੰਮਦ ਕਹਿੰਦਾ ਨਾ, ਉਹ ਹਮਲਾ ਜੰਗ ਹਿੰਦ ਪੰਜਾਬ ਦਾ ਸੀਗਾ, ਉਹ ਭਾਰਤ ਸਰਕਾਰ ਨੇ ਹਮਲਾ ਕੀਤਾ, ਰੂਸ ਦੀ ਕਾਮਰੇਡ ਸਰਕਾਰ ਨੇ ਤੇ ਫਰਾਂਸ ਦੀ ਸਰਕਾਰ ਨੇ ਉਹਦੀ ਸਪੋਰਟ ਕੀਤੀ ਹੈ। ਸਾਨੂੰ ਅਰਦਾਸ 'ਚ ਇਹ ਗੱਲ ਕਹਿਣੀ ਚਾਹੀਦੀ ਹੈ, ਮੰਨਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਹਮਲਾ ਕੀਤਾ ਸੀਗਾ ਦਰਬਾਰ ਸਾਹਿਬ ਤੇ। ਕੱਲੀ ਇੱਕ ਪਾਰਟੀ ਤੇ ਗੱਲ ਸਿੱਟਣ ਨਾਲੋਂ, ਪਾਰਟੀ ਦੋਸ਼ੀ ਹੈ ਤੇ ਤੋਂ ਮੁੱਕਰਿਆ ਨਹੀਂ ਜਾ ਸਕਦਾ, ਪਰ ਭਾਜਪਾ ਕਿਹੜਾ ਦੋਸ਼ੀ ਨਹੀਂ ਸੀ, ਭਾਜਪਾ ਨੇ ਵੀ ਸਹਿਮਤੀ ਦਿੱਤੀ ਸੀ, ਇਸ ਕਰਕੇ ਉਹ ਸਮੂਹ ਭਾਰਤੀ ਪੋਲੀਟਿਕਸ ਉਹਦੇ 'ਚ ਸ਼ਾਮਲ ਸੀਗੀ। ਐਂ ਸਾਰਾ ਮੈਂ ਇਹਨਾਂ ਚੀਜ਼ਾਂ ਨੂੰ ਦੇਖ ਰਿਹਾ ਹੈਗਾ, ਜਾਂ ਇਹ ਕਮਰੇ ਨੂੰ, ਇਹ ਸਥਾਨ ਨੂੰ ਕਿੰਨਾ ਤੁਸੀਂ ਦੇਖੋ। ਇੱਥੇ ਸੰਤ ਜਦੋਂ ਬਾਹਰ ਨਿਕਲਦੇ ਸੀ, ਗੁਰੂ ਦਾ ਪ੍ਰਕਾਸ਼ ਆ ਸਾਰਾ, ਇਹ ਗੁਰੂ ਦਾ ਸਥਾਨ ਆ। ਸੰਤ ਜਦੋਂ ਬਾਹਰ ਨਿਕਲਦੇ ਸੀ, ਸੰਤ ਬਹੁਤ ਰੋਕਦੇ ਸੀਗੇ ਵੀ ਇਹ ਕੰਮ ਨਹੀਂ ਕਰਨਾ, ਮੇਰੀ ਬੰਦੇ ਦੀ ਹੱਡ ਮਿੱਟੀ ਦੇ ਪੁਤਲੇ ਦੀ ਤੁਸੀਂ ਪੂਜਾ ਨਹੀਂ ਕਰਨੀਗੀ। ਪਰ ਸੰਤ ਜਦੋਂ ਪ੍ਰਕਰਮਾਂ 'ਚ ਬਾਹਰ ਨਿਕਲਦੇ ਸੀਗੇ, ਸੰਤਾਂ ਨੂੰ ਪ੍ਰਕਰਮਾਂ 'ਚ ਬੀਬੀਆਂ ਮੱਥਾ ਟੇਕਦੀਆਂ ਸੀਗੀਆਂ। ਇੱਥੇ ਬਾਹਰ ਘੰਟਾ ਘਰ ਕੋਲੇ ਤੁਸੀਂ ਜਾਂਦੇ ਆ, ਬਾਹਰ ਵੀ ਸੰਤਾਂ ਨੂੰ ਜਦੋਂ ਨਿਕਲਦੇ ਸੀ, ਬੜੀਆਂ ਸ਼ਰਧਾਲੂ ਜਿਹੜੀਆਂ ਬੀਬੀਆਂ ਜਾਂ ਸੰਗਤ ਸੀਗੀ, ਸੰਤ ਕਹਿੰਦੇ ਸੀ ਚਲੋ ਇਹਨਾਂ ਦੀ ਸ਼ਰਧਾ, ਉਹ ਰੋਕਦੇ ਨਹੀਂ ਸੀ, ਪਰ ਉਹ ਕਹਿੰਦੇ ਸੀ ਸਿੱਖ ਮਰਿਆਦਾ ਮੁਤਾਬਕ ਇਹ ਠੀਕ ਨਹੀਂ। ਜਿਵੇਂ ਤੁਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਆ, ਸੰਤਾਂ ਨੂੰ ਧਰਤੀ ਤੇ ਐਂ ਬਾਹਰ ਜਾਂਦਿਆਂ ਨੂੰ ਮੱਥਾ ਟੇਕਿਆ ਜਾਂਦਾ ਸੀ। ਹੁਣ ਜਿਹੜੀ ਸਰਕਾਰ ਨੇ ਨੈਰੇਟਿਵ ਪੈਦਾ ਕੀਤਾ, ਉਹ ਅੱਤਵਾਦੀ ਸੀਗਾ, ਉਹ ਫਲਾਨਾ ਸੀ, ਢਿਮਕਾ ਸੀਗਾ। ਬਰਾੜ ਦੀਆਂ ਕਿਤਾਬਾਂ ਪੜ੍ਹ ਲਓ, ਦੁਸ਼ਮਣ ਸੀਗਾ ਉਹਨਾਂ ਦੀ ਅਧਿਆਤਮਕ ਰਮਜਾਂ ਨੂੰ, ਅਧਿਆਤਮਕ ਉਚਾਈ ਨੂੰ ਤਾਂ ਉਹਨੇ ਵੀ ਮੰਨਿਆ, ਉਹਨਾਂ ਦੇ ਦੁਸ਼ਮਣ ਨੇ ਮੰਨਿਆ ਕਿਰਾਂ। ਤੇ ਇੰਨਾ ਉਹਨਾਂ ਦਾ ਸਤਿਕਾਰ ਸੀ, ਇੱਕ ਮਹਾਂਪੁਰਸ਼ ਸੀ, ਸੰਤ ਸੀਗੇ, ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸਦਾ, ਗੁਰੂ ਖਾਲਸਾ ਤੇ ਪੰਥ, ਇਹਦੇ ਚ ਗੁਰੂ ਜਿਹੜਾ ਹੈਗਾ ਇੱਕਮਿਕ ਆ ਸਾਰਿਆਂ ਨਾਲ। ਸੰਤ ਮਹਾਂਪੁਰਸ਼ ਉਹ ਗੁਰੂ ਨਾਲ, ਖਾਲਸਾ ਪੰਥ ਨਾਲ ਜਿਹੜਾ ਇੱਕਮਿਕ ਸੀਗੇ, ਇੱਕੋ ਜੋਤ ਸੀਗੇ, ਇੰਨੇ ਪਵਿੱਤਰ ਸੀਗੇ। ਉਹਨਾਂ ਨੂੰ ਇੰਡੀਅਨ ਸਟੇਟ ਵੱਲੋਂ ਇਹ ਕਹਿਣਾ ਕਿ ਉਹ ਅੱਤਵਾਦੀ ਸੀਗੀ, ਸ਼ਰਮਨਾਕ ਹੈ ਇਹ ਗੱਲ ਇੰਡੀਅਨ ਸਟੇਟ ਵਾਸਤੇ। ਇੰਨੀ ਘਿਨਾਉਣੀ ਗੱਲ ਕਰਨੀ, ਬੇਪਰ ਐਸ ਹੱਦ ਤਾਈਂ ਗਰਕ ਜਾਣਗੇ ਤੇ ਇਹੋ ਜਿਹੀਆਂ ਗੱਲਾਂ ਕਰਨੀਆਂ। ਮੈਂ ਤੁਹਾਨੂੰ ਬਹੁਤ ਟਰੈਜਿਕ ਇੱਕ ਗੱਲ ਸੁਣਾਉਣਾ ਇਸ ਸਥਾਨ ਦੀ। ਪਿੱਛੇ ਜਿਹੇ ਇੰਟਰਵਿਊਆਂ ਹੋਈਆਂ, ਭਾਈ ਜਸਵੀਰ ਸਿੰਘ ਘੁੰਮਣ ਆ ਸ਼ਾਇਦ ਉਹਨਾਂ ਦਾ, ਉਦੋਂ ਦੇ ਸਿੱਖ ਸਟੂਡੈਂਟਸ ਦੇ ਮੇਰੇ ਖਿਆਲ ਸ਼ਾਇਦ ਮੀਤ ਪ੍ਰਧਾਨ ਜਾਂ ਕੁਛ ਐਂ ਸੀ, ਜਾਂ ਕਾਫੀ ਵੱਡਾ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਉਹਨਾਂ ਕੋਲੇ ਅਹੁਦਾ ਸੀ। ਉਹਨਾਂ ਨੂੰ ਇੱਥੇ ਅੰਦਰ ਮਤਲਬ ਜਿਹੜੇ ਸੰਗਤ ਸੀਗੀ ਬੰਦੀ ਬਣਾ ਲਿਆ ਗਿਆ, ਬਹੁਤ ਟਾਰਚਰ ਹੋਇਆ, ਤਾਰਾਂ ਨਾਲ ਉਹਨਾਂ ਨੂੰ ਬੰਨਿਆ ਗਿਆ। ਜਿੰਨੀ ਸੰਗਤ ਆ ਉਹਨਾਂ ਨੂੰ 36 ਘੰਟੇ ਤਾਰਾਂ ਨਾਲ ਬੰਨ ਕੇ ਰੱਖਿਆ, ਉਹਨਾਂ ਦੇ ਹੱਥ ਵੀ ਕੰਡਿਆਲੀਆਂ ਤਾਰਾਂ ਨਾਲ ਬੰਨ੍ਹਤੇ ਸੀ। ਤੇ ਬੀਬੀ ਜਸਵੀਰ ਕੌਰ ਜਿਹੜੇ ਮਤਲਬ ਜਿਨ੍ਹਾਂ ਦੇ 4-5 ਜੀ ਸ਼ਹੀਦ ਹੋਏ, ਇੱਥੇ ਹੀ ਸੇਵਾ ਕਰਦੇ ਰਹਿੰਦੇ ਆ। ਕਹਿੰਦੇ ਸਾਨੂੰ ਚੜਾਉਣ ਵਾਸਤੇ ਕਹਿੰਦੇ ਹੁੰਦੇ ਸੀ ਫੌਜੀ, ਲੱਤ ਮਾਰ ਕੇ ਗੋਡੇ ਲੱਤਾਂ ਮਾਰਦੇ ਸੀ, ਸਾਡੇ ਠੁੱਡੇ ਮਾਰਦੇ ਸੀ। ਅਬ ਤੁਮਕੋ ਕਿਆ ਹੋ ਗਿਆ, ਅਬ ਤੁਮ ਲੜਤੇ ਕਿਉਂ ਨਹੀਂ, ਲੜਨੇ ਆਏ ਥੇ ਲੜੋ। ਸੰਗਤ ਨੂੰ, ਆਮ ਸੰਗਤ ਜਿਹੜੀ ਦਰਸ਼ਨਾਂ ਵਾਸਤੇ ਆਈ ਸੀ, ਉਹਨਾਂ ਨੂੰ ਮਤਲਬ ਫੜ ਕੇ ਉਹਨਾਂ ਨਾਲ ਆਹ ਸਲੂਕ ਕੀਤਾ ਗਿਆ। ਜਿਹੜੀ ਜਸਵੀਰ ਸਿੰਘ ਘੁੰਮਣ ਨੇ ਗੱਲ ਕਹੀ ਆ, ਇੰਨਾ ਗਰਕ ਜੂਗੀ ਸਟੇਟ, ਜਾਂ ਸਟੇਟ ਇਹਨਾਂ ਚੀਜ਼ਾਂ ਤੇ ਮਿੱਟੀ ਪਾਊ। ਇੱਕ ਮਾਤਾ ਸ਼ਹੀਦ ਹੋ ਜਾਂਦੀ ਹੈ ਇੱਥੇ ਗੁਰੂ ਘਰ, ਉਹਦੇ ਗੋਲੀ ਵੱਜਦੀ ਹੈ, ਉਹਦਾ ਛੋਟਾ ਜਿਹਾ ਇੱਕ ਦੁੱਧ ਪੀਂਦਾ ਬੱਚਾ ਹੈ ਜਾਂ 2-3 ਸਾਲ ਦਾ ਬੱਚਾ ਹੈ। ਫੌਜੀ ਕਹਿੰਦਾ ਹਮ ਤੁਮਕੋ ਬਤਾਤੇ ਹੈ ਬਗਾਵਤ ਕੈਸੇ ਹੁੰਦੀ ਹੈ। ਇੱਕ ਫੌਜ ਦਾ ਬੰਦਾ ਉਹ ਬੱਚੇ ਦੀ ਐਂ ਲੱਤ ਫੜਦਾ,
ਮਰੀ ਵੀ ਮਾਂ ਦੇ ਉੱਤੇ ਜਿਹੜਾ ਬੱਚਾ ਬੈਠਾ ਹੈ ਉਹਦੀ ਐਂ ਲੱਤ ਫੜਦਾ ਹੈ, ਲੱਤ ਫੜ ਕੇ ਐਂ ਜਿਵੇਂ ਨਾ ਕੋਈ ਉਹੋ ਜੀ ਕੋਈ ਨਿਰਜੀਵ ਚੀਜ਼ ਵੀ ਨਹੀਂ ਉਵੇਂ ਫਿਰਦੇ, ਲੱਤ ਫੜ ਕੇ ਐਂ ਅਸਮਾਨ ਵੱਲ ਨੂੰ ਚਲਾਉਂਦਾ, ਤਾਂ ਨੂੰ ਚਲਾਉਂਦਾ ਤੇ ਤਾਂ ਨੂੰ ਜਿਹੜਾ ਚਲਾ ਕੇ ਉਹਦੇ ਗੋਲੀ ਮਾਰੀ ਜਾਂਦੀ ਬੱਚੇ ਦੇ, ਤੇ ਉਹ ਬੱਚਾ ਜਿਹੜਾ ਹੈਗਾ ਸ਼ਹੀਦ ਹੋ ਕੇ ਸਾਡੀਆਂ ਪਵਿੱਤਰ ਕਰਮਾਂ 'ਚ ਡਿੱਗਦਾ ਹੈ। ਆਹ ਹੁਣ ਤੁਸੀਂ ਜਿਨ੍ਹਾਂ ਨਾਲ ਅਸੀਂ ਪਹਿਲਾਂ ਕਹਿੰਦੇ ਸੀ ਨਾ ਵੀ ਨੇਜਿਆਂ ਤੇ ਸਾਡੇ ਬੱਚੇ ਟੰਗੇ ਆ, ਤੇ ਮਾਵਾਂ ਨੇ ਜਿਹੜੇ ਪੁੱਤਰ ਆਪਦੇ ਉਹ ਗਲਾਂ 'ਚ ਕਟਵਾ ਕੇ ਪਾਏ ਹੈਗੇ ਆ ਮੁਗਲ ਹਕੂਮਤ ਵੇਲੇ, ਉਹੀ ਜਿਹੜਾ ਹੈਗਾ ਇਹ ਹਕੂਮਤ ਨੇ ਇਸ ਪਾਕਿਸਤਾਨ ਤੇ ਕੰਮ ਕੀਤਾ। ਸਿਮਰ, ਤੁਸੀਂ ਗੱਲ ਕੀਤੀ ਆ ਬੀਜੇਪੀ ਵੀ ਬਰਾਬਰ ਦੀ ਦੋਸ਼ੀ, ਜਿਵੇਂ ਐਲਕੇ ਅਡਵਾਨੀ ਕਹਿੰਦੇ ਆ ਮਾਈ ਕੰਟਰੀ ਮਾਈ ਲਾਈਫ 'ਚ ਅਸੀਂ ਕਿਹਾ ਇੰਦਰਾ ਨੂੰ ਜਿਹੜੇ ਅਟੈਕ ਕਰੋ, ਪਰ ਬੀਜੇਪੀ ਦਾ ਇੱਕ ਲੀਡਰ ਸਵਾਮੀ ਸੁਬਰਾਮਨਿਆਮ ਇਸੇ ਕਮਰੇ 'ਚ ਆਉਂਦੇ ਆ ਜਿੱਥੇ ਕਿਹਾ ਜਾ ਰਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਇਸ ਕਮਰੇ ਦੇ ਵਿੱਚ ਖਾਲਿਸਤਾਨ ਦੇ ਪਾਸਪੋਰਟ ਬਣ ਰਹੇ ਆ, ਇਸ ਕਮਰੇ ਦੇ ਵਿੱਚ ਖਾਲਿਸਤਾਨ ਦੀ ਕਰੰਸੀ ਛਾਪੀ ਜਾ ਰਹੀ ਹੈ, ਪਰ ਉਹ ਤਾਂ ਆ ਕੇ ਕਹਿੰਦੇ ਆ ਕਿ ਮੈਨੂੰ ਬੜੀ ਹਾਸੋਹੀਣੀ ਗੱਲ ਲੱਗਦੀ ਸਵਾਮੀ ਸੁਬਰਾਮਨਿਆਮ ਜਦੋਂ ਇੱਥੇ ਆਉਂਦੇ ਆ, ਕਹਿੰਦੇ ਇਹੋ ਜਿਹਾ ਤਾਂ ਕੁਝ ਵੀ ਨਹੀਂ ਸੀ। ਬਿਲਕੁਲ ਸਟੇਟ ਨੇ ਪ੍ਰਚਾਰ ਕੀਤਾ ਸੀ, ਮੈਂ ਉਹ ਫੋਟੋਆਂ ਦੇਖੀਆਂ, ਤੁਸੀਂ ਵੀ ਦੇਖੀਆਂ ਹੋਣੀਆਂ, ਉਹਨਾਂ ਦਾ ਛੋਟਾ ਜਿਹਾ ਬੱਚਾ ਮੇਰੇ ਖਿਆਲ 'ਚ 8-10 ਸਾਲ ਦਾ ਬੱਚਾ ਸੰਤਾਂ ਦੀ ਗੋਦ 'ਚ ਬੈਠਾ ਹੈ, ਇੰਨੇ ਕੁ ਖੁਸ਼ ਆ, ਮਤਲਬ ਉਹ ਜਿਹੜੇ ਹੈਗੇ ਆ ਸਾਰੇ ਜਿਹੜੇ ਮੁਸਲਮਾਨ ਲੀਡਰ ਆ ਇੰਨੇ ਕੁ ਖੁਸ਼ ਆ ਸੰਤਾਂ ਕੋਲੇ, ਤੇ ਉਹ ਕਈ ਮਤਲਬ ਬੜੇ ਮੁਸਲਮਾਨ ਇਹ ਵੀ ਕਹਿੰਦੇ, ਅੱਜ ਵੀ ਮੈਂ ਕੱਲ ਇੱਕ ਲੈਕਚਰ ਸੀਗਾ ਮੇਰਾ ਇੱਥੇ, ਇੱਕ ਮੁਸਲਮਾਨ ਆਇਆ ਉਹ ਕਹਿੰਦਾ ਵੀ ਅਸੀਂ ਤਾਂ ਸੰਤਾਂ ਨੂੰ ਆਪਦਾ ਲੀਡਰ ਮੰਨਦੇ ਹੈਗੇ, ਸਾਡੇ ਕੋਲੇ ਉਹ ਕਹਿੰਦੇ ਮੁਸਲਮਾਨ ਇਹ ਕਹਿ ਰਹੇ ਆ ਕਿ ਸਲਤਨਤ ਉਸਮਾਨੀਆ ਤੋਂ ਬਾਅਦ ਮੁਸਲਮਾਨਾਂ ਨੂੰ ਵੱਡਾ ਲੀਡਰ ਨਹੀਂ ਮਿਲਿਆ, ਪਰ ਤੁਹਾਡੇ ਧੰਨ ਭਾਗ ਆ ਵੀ ਤੁਸੀਂ ਸੰਤ ਜਰਨੈਲ ਸਿੰਘ ਨਾਂ ਦਾ ਵੱਡਾ ਲੀਡਰ ਜਿਹੜਾ ਹੈਗਾ ਤੁਹਾਨੂੰ ਮਿਲਿਆ। ਸਰਬ ਕੌਮਾਂ ਨੇ, ਭਾਰਤ ਦੇ ਹਿੰਦੂਆਂ ਨੇ, ਭਾਰਤ ਦੇ ਮੁਸਲਮਾਨਾਂ ਨੇ, ਭਾਰਤ ਦੇ ਈਸਾਈਆਂ ਨੇ ਸੰਤਾਂ ਨੂੰ ਆਪਦਾ ਮਤਲਬ ਸਰਬ ਕੌਮਾਂ ਜਿਹੜੀਆਂ ਹੈਗੀਆਂ ਸਮੂਹ ਇੱਥੇ ਕੌਮਾਂ ਜਿਹੜੀਆਂ ਵਸਦੀਆਂ ਉਹਨਾਂ ਨੇ ਸੰਤਾਂ ਨੂੰ ਸਤਿਕਾਰ ਦਿੱਤਾ, ਆਪਦਾ ਰਹਿਬਰ ਮੰਨਿਆ ਹੈਗਾ। ਤੇ ਵਾਕਈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਵੀ ਅਸੀਂ ਤਾਂ ਜਗਤ ਜਲੰਦੇ ਦੇ ਰਾਖੇ ਆ, ਅਸੀਂ ਤਾਂ ਹਰ ਧਰਮ ਦੇ ਰਾਖੇ ਆ, ਉਹਨਾਂ ਨੇ ਸੰਤਾਂ ਨੂੰ ਰਾਖਾ ਮੰਨਿਆ ਤੇ ਸੰਤਾਂ ਨੇ ਹਰ ਧਰਮ ਨੂੰ ਜਿਹੜਾ ਮਤਲਬ ਉਹਨਾਂ ਦੇ ਅਕੀਦੇ ਮੁਤਾਬਕ ਜਿਉਣ ਵਾਸਤੇ ਜੋ ਐਫਰਟ ਹੁੰਦੀ ਆ ਕੀਤਾ। ਜੋ ਹਿੰਦੂਆਂ ਦੇ ਗਊ ਬਾਰੇ ਜਾਂ ਹੋਰ ਆਪਾਂ ਪੜ੍ਹਦੇ ਹੈਗੇ ਆ ਸਾਰਾ, ਉਹਨਾਂ ਦੇ ਧਰਮ ਦੇ ਅਕੀਦਿਆਂ ਨੂੰ, ਧਰਮ ਦੀ ਸ਼ਰਧਾ ਨੂੰ ਬਚਾਈ ਰੱਖਿਆ, ਉਹਨਾਂ ਨੂੰ ਡਿਫੈਂਡ ਕੀਤਾ। ਕਦੇ ਉਹਨਾਂ ਤੇ ਕਹਿੰਦੇ ਆ ਵੀ ਜਿਹੜਾ ਹਿੰਦੂ ਪੱਕਾ ਹਿੰਦੂ ਆ, ਜਨੇਊ ਧਾਰਿਆ ਵਿਆ ਉਹਨਾਂ ਨੇ, ਚੋਟੀ ਰੱਖੀ ਵੀ ਆ, ਉਹਨਾਂ ਦੇ ਆਪ ਪਾਠ ਕਰਦਾ ਹੈਗਾ, ਉਹ ਮੇਰਾ ਸਾਖਾ ਭਰਾ ਹੈ। ਉਸੇ ਇੰਟਰਵਿਊ 'ਚ ਤੁਸੀਂ ਦੇਖਦੇ ਹੈਗੇ ਆ ਇੱਥੇ ਦਰਬਾਰ ਸਾਹਿਬ 'ਚ ਜਿਹੜੀਆਂ ਇੰਟਰਵਿਊ ਹੁੰਦੀਆਂ, ਹਾਂਜੀ। ਤੇ ਪਰ ਤੁਸੀਂ ਦੇਖੋ ਸ਼ਹੀਦ ਸੰਦੀਪ ਸਿੰਘ ਸਿੱਧੂ, ਭਾਈ ਦੀਪ ਸਿੰਘ ਸਿੱਧੂ ਨਾਲ ਬਰਖਾ ਦੱਤ ਦੀ ਇੰਟਰਵਿਊ ਹੁੰਦੀ ਆ, ਮੀਡੀਆ ਦਾ ਕਿਰਦਾਰ ਕੀ ਆ ਜਾਂ ਇਸ ਸਟੇਟ ਦਾ ਕਿਰਦਾਰ ਕੀ ਆ, ਤੁਸੀਂ ਵੀ ਉਹ ਇੰਟਰਵਿਊ ਸੁਣੀ ਹੋਣੀ ਆ। ਇਸੇ ਗੱਲ ਤੇ ਹੀ ਬਾਜ ਦਾ ਬਰਖਾ ਦੱਤ ਵੀ ਪਹਿਲਾਂ ਇਹ ਮੰਨੇ ਕਮਿਟ ਕਰ ਵੀ ਸੰਤ ਜਰਨੈਲ ਸਿੰਘ ਅੱਤਵਾਦੀ ਸੀ, ਉਦੋਂ ਬਾਅਦ ਗੱਲ ਕਰਨੀ। ਜਿਹੜੇ ਕੁਲਦੀਪ ਨਈਅਰ ਆ ਜਾਂ ਹੋਰ ਵੱਡੇ ਪੱਤਰਕਾਰ ਆ, ਭਾਵੇਂ ਉਹ ਵਾਰੀ-ਵਾਰੀ ਆਪਦੀਆਂ ਸਟੇਟਮੈਂਟਸ ਬਦਲਦੇ ਰਹਿੰਦੇ ਆ, ਪਰ ਕਰਦੇ ਕੀ ਰਹੇ ਆ? ਇੰਡੀਅਨ ਸਟੇਟ ਕੀ ਕਰਦੀ ਰਹੀ ਆ? ਇੱਥੋਂ ਦਾ ਇੰਟੈਲੀਜੈਂਸੀਆ ਕੀ ਕਰਦਾ ਰਿਹਾ? ਕੂੜ ਪ੍ਰਚਾਰਿਆ ਗਿਆ, ਜਾਣ ਕੇ ਸਟੇਟ ਦੇ ਸਾਹਮਣੇ ਇਹ ਗੱਲ ਲਿਆਂਦੀ ਗਈ, ਜਾਂ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਇਹ ਗੱਲ ਲਿਆਂਦੀ ਗਈ, ਭਾਰਤ ਦੀ ਆਵਾਮ ਦੇ ਸਾਹਮਣੇ ਵੀ ਸੰਤ ਤਾਂ ਕੋਈ ਖੂੰਖਾਰ ਸੁਭਾਅ ਦੇ ਬੰਦੇ ਆ, ਅੱਤਵਾਦੀ ਆ। ਜਿਵੇਂ ਤੁਸੀਂ ਦੱਸਿਆ ਵੀ ਇੱਥੇ ਪਾਸਪੋਰਟ ਬਣਦੇ ਇਹ ਉਹ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਪ੍ਰਚਾਰੀਆਂ ਗਈਆਂ। ਤੇ ਮੈਨੂੰ ਤਾਂ ਇਹ ਲੱਗਦਾ, ਮੈਂ ਕਹਿਣਾ ਨਹੀਂ ਚਾਹੁੰਦਾ, ਜਿਵੇਂ ਜੰਗ ਹਿੰਦ ਪੰਜਾਬ ਦਾ ਸੀਗਾ ਨਾ, ਸ਼ਾਹ ਮੁਹੰਮਦ ਨੇ ਕਿਹਾ ਸਰਕਾਰ ਦਾ ਜਿਹੜੀ ਹਿੰਦ ਨੂੰ ਰਿਪਰੈਜ਼ੈਂਟ ਕਰਦੀ ਸੀ ਤੇ ਸੰਤ ਜਿਹੜੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ, ਸਿੱਖ ਅਧਿਆਤਮਕਤਾ ਨੂੰ ਰਿਪਰੈਜ਼ੈਂਟ ਕਰਦੇ ਸੀ, ਉਹਨਾਂ ਦੋਨਾਂ ਦੇ ਰਾਹੀਂ ਉਹਨਾਂ ਕਮਿਊਨਿਟੀਜ਼ ਦਾ ਚਰਿੱਤਰ ਜਿਹੜਾ ਸਾਹਮਣੇ ਆਇਆ ਹੈਗਾ, ਵਿਪਰ ਦਾ ਤੇ ਸੰਤ ਦਾ, ਇੱਕ ਗੁਰਮੁਖ ਸਿੱਖ ਦਾ, ਖਾਲਸੇ ਦਾ, ਦੋਨਾਂ ਦਾ ਚਰਿੱਤਰ, ਦੋਨਾਂ ਦੇ ਉਗੜਵੇਂ ਸਰੂਪ ਜਿਹੜੇ ਹੈਗੇ ਆ ਉਹ ਸੰਗਤ ਨੇ ਦੇਖ ਲਏ ਆ। ਤੇ ਇਸ ਕਣ ਨੇ ਇੱਥੋਂ ਦੀ ਆਵਾਮ ਨੇ ਫੈਸਲਾ ਕਰ ਲਿਆ, ਸੰਤਾਂ ਨੂੰ ਜੋ ਸਤਿਕਾਰ ਦਿੱਤਾ, ਸੰਤਾਂ ਦਾ ਪਤਾ ਹੈਗਾ, ਸੰਤਾਂ ਨੂੰ ਕੌਮ ਨੇ ਜੋ ਮਾਣ ਦਿੱਤਾ ਹੈਗਾ। ਅੱਜ ਵੀ ਜੋ ਸਰਕਾਰ ਚਾਹੁੰਦੀ ਆ ਘੱਟੋ ਘੱਟ ਆਪਦਾ ਪਾਪ ਮੰਨ ਲਏ, ਉਹ ਇੱਕ ਜਿਹੜੀ ਦਿਆਨਤ ਦਾ ਜੋ ਉਹਨਾਂ 'ਚ ਮਾੜੀ ਮੋਟੀ ਕੋਈ ਇਮਾਨਦਾਰੀ ਜਾਂ ਕੋਈ ਸੰਗ ਸ਼ਰਮ ਬਚੀ ਆ, ਉਹ ਮੰਨਣ ਵੀ ਅਸੀਂ ਐਡੇ ਵੱਡੇ ਪਾਪ ਇਸ ਪਵਿੱਤਰ ਸਥਾਨ ਤੇ ਕੀਤੇ ਆ। ਮਤਲਬ ਇੱਕ ਸਿੱਖ ਨੂੰ ਕਿਸੇ ਨੂੰ ਪੋਲੀਟਿਕਸ 'ਚ ਮੂਹਰੇ ਲਿਆ ਕੇ ਮਨਮੋਹਨ ਸਿੰਘ ਨੂੰ ਜਾਂ ਹੋਰ ਡਰਾਮੇਬਾਜ਼ੀ ਕਰਨੀ ਵੀ ਮਾਫੀ ਮੰਗ ਲਈ ਜਾਂ ਇਹ ਹੋ ਗਿਆ, ਇਹ ਪਾਪ ਅਸੀਂ ਲੈਣੇ ਨਹੀਂ ਗੇ। ਇਸ ਦਰਬਾਰ ਸਾਹਿਬ 'ਚ ਟੈਂਕ ਚਾੜੇ ਗਏ ਆ, ਫੌਜੀਨ ਗੈਸ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਬੰਦ ਹੋ ਗਈ ਆ ਵੀ ਕਿਤੇ ਨਹੀਂ ਛਿੜਕਣੀ, ਫੌਜੀਨ ਗੈਸ ਇੱਥੇ ਲਿਆ ਕੇ ਛੱਡੀ ਗਈ ਆ ਇੱਥੋਂ ਸੰਗਤ ਨੂੰ ਮਾਰਨ ਵਾਸਤੇ। ਤੇ ਜੋ ਕੁਛ ਕਰੰਟ ਲਾਇਆ ਗਿਆ, ਜੋ ਕੁਛ ਕੀਤਾ ਗਿਆ,
ਜਿਹੜਾ ਕਤਲੇਆਮ ਜਿਹੜੇ ਢੰਗ ਨਾਲ ਕੀਤਾ ਗਿਆ, ਜਿਹੜੇ ਉਹਦੇ ਮਾਪਦੰਡ ਸੀ, ਕਿਸੇ ਦੁਸ਼ਮਣ ਤੋਂ ਦੁਸ਼ਮਣ ਮੁਲਕ ਨਾਲ ਵੀ ਕੋਈ ਉਹਦੀ ਮਾੜੇ ਤੋਂ ਮਾੜਾ ਦੁਸ਼ਮਣ ਵੀ ਉਹ ਸਲੂਕ ਨਹੀਂ ਕਰਦਾ ਜਿਹੜਾ ਇੱਥੇ ਗੁਰੂ ਘਰ 'ਚ ਸਿੱਖਾਂ ਨਾਲ ਕੀਤਾ ਗਿਆ, ਗੁਰੂ ਦੇ ਪਿਆਰਿਆਂ ਨਾਲ ਕੀਤਾ ਗਿਆ ਤੇ ਇੱਕ ਦੇਸ਼ ਦੀ ਆਰਮੀ ਵੱਲੋਂ ਕੀਤਾ ਗਿਆ, ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਹਿਣ ਤੇ ਦੂਜੀਆਂ ਪਾਰਟੀਆਂ ਦੀਆਂ ਸਹਿਮਤੀ ਲੈ ਕੇ ਕੀਤਾ ਗਿਆ ਹੈਗਾ। ਸਾਰੇ ਦੋਸ਼ੀ ਆ ਤੇ ਸਾਰੇ ਉਸ ਪਾਪ ਦੇ ਭਾਗੀ ਹੈਗੇ ਆ। ਉਹ ਜੇ ਕੋਈ ਮਾਲਕ ਨੇ ਉਹਨਾਂ ਦੇ ਕੋਈ ਕਿਣਕਾ ਮਾਤਰ ਉਹਨਾਂ 'ਚ ਕੁਝ ਪਾਇਆ ਹੋਇਆ, ਰੱਬ ਦਾ ਅੰਸ਼ ਹੋਇਆ, ਉਹ ਆਪਦੀਆਂ ਭੁੱਲਾਂ ਬਖਸ਼ਾ ਲੈਣਗੇ, ਨਹੀਂ ਇਸ ਸਥਾਨ ਨਾਲ ਪੰਗਾ ਲੈ ਕੇ ਨਰਕ ਦੇ ਭਾਗੀ ਬਣਨਗੇ। ਆਪਾਂ ਗੱਲ ਕਮਰੇ ਦੀ ਕਰ ਰਹੇ ਸੀ, ਜਦੋਂ ਆਪਾਂ ਅੰਦਰ ਆਏ ਕਿ ਸੰਤਾਂ ਦਾ ਫੀਲ ਕੀ ਹੁੰਦਾ? ਮੈਂ ਤਾਂ ਸਪਿਰਿਚੁਅਲ ਵਾਈਬ੍ਰੇਸ਼ਨ ਦਾ ਫੀਲ ਕਰਨਾ ਹੈਗਾ ਸੰਤਾਂ ਦੀਆਂ ਜਿਹੜੀਆਂ ਹੈਗੀਆਂ। ਵੈਸੇ ਵੀ ਮੈਨੂੰ ਜਿਵੇਂ ਖਾਲਸਾ ਗੁਰੂ ਖਾਲਸਾ ਪੰਥ ਸਾਰਾ ਇੱਕ ਹੈਗਾ, ਮੈਨੂੰ ਤਾਂ ਉਹ ਵਾਈਬ੍ਰੇਸ਼ਨ ਫੀਲ ਹੁੰਦੀਆਂ। ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮਿਸਟੀਕਲ ਸਟੱਡੀਜ਼ ਦਾ ਸਟੂਡੈਂਟ ਆ ਮੈਂ, ਉਹਨਾਂ ਰੂਹਾਂ ਨੂੰ ਮੈਂ ਫੀਲ ਕਰਦਾ। ਮੇਰਾ ਇਹ ਫੀਲਡ ਰਿਹਾ ਹੈ ਕਿਰਾਂ। ਤੇ ਕਾਰਲ ਯੁੰਗ ਜਿਵੇਂ ਬਹੁਤ ਵੱਡਾ ਫਿਲਾਸਫਰ ਆ, ਉਹ ਕਬਰਾਂ 'ਚ ਜਾ ਕੇ ਬਹਿ ਜਾਂਦਾ, ਕਹਿੰਦਾ ਇੱਥੋਂ ਮੈਨੂੰ ਵਾਈਬ੍ਰੇਸ਼ਨ ਮਿਲਦੀਆਂ। ਬਲੈਕ ਫੋਰੈਸਟ 'ਚ ਜਾ ਕੇ ਬਹਿ ਜਾਂਦਾ ਹੈਗਾ। ਮੈਨੂੰ ਤਾਂ ਇਹ ਸਾਰੇ ਚੌਗਿਰਦੇ 'ਚ ਸਾਰੇ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਨਾ ਕਿ ਪੰਜਾਬ ਦੀਆਂ ਖੇਤਾਂ ਦੀਆਂ ਵੱਟਾਂ ਤੇ ਤੁਰਨਾ ਵੀ ਜਿਹੜਾ ਹੈਗਾ ਉਹ ਸਿਮਰਨ ਕਰਨਾ ਹੈਗਾ, ਇੱਥੋਂ ਦਾ ਅੰਨ ਖਾਣਾ ਜਿਹੜਾ ਹੈਗਾ ਉਹ ਵੀ ਗੁਰੂ ਦਾ ਨਾਮ ਜਪਣਾ ਹੈ। ਤੇ ਮੈਂ ਤਾਂ ਇਹ ਸਾਰੇ ਚੌਗਿਰਦੇ 'ਚੋਂ, ਇਸ ਪਵਿੱਤਰ ਸਥਾਨ 'ਚੋਂ ਸੰਤਾਂ ਦੇ ਜਿਹੜਾ ਹੈਗਾ ਵਾਈਬ੍ਰੇਸ਼ਨ ਦੇਖਦਿਆਂ ਸੰਤਾਂ ਨੂੰ ਹੂ ਬਹੂ ਜਿਹੜਾ ਹੈਗਾ ਉਹਨਾਂ ਦੇ ਦਰਸ਼ਨ ਹੁੰਦੇ ਹੈਗੇ ਆ। ਬੜੇ ਵਾਰੀ ਮੇਰੇ ਮਤਲਬ ਸੁਪਨਿਆਂ 'ਚ ਜਾਂ ਹੋਰ ਚੀਜ਼ਾਂ ਮੈਂ ਤਾਂ ਇਹ ਫੀਲ ਕਰਦਾ, ਇਹ ਚੀਜ਼ਾਂ ਮੇਰੇ ਘੁੰਮਦੀਆਂ ਰਹਿੰਦੀਆਂ ਹੈਗੀਆਂ। ਕੋਈ ਸਪਰਸ਼ਾ ਜਾਂ ਕੋਈ ਮੇਰੇ ਪਿਤਾ ਜੀ ਸੰਤਾਂ ਨਾਲ ਉਹਨਾਂ ਦੀਆਂ 5-7 ਮੁਲਾਕਾਤਾਂ ਹੋਈਆਂ ਸੀਗੀਆਂ, ਤੇ ਕੋਈ ਇਹ ਖੂਨ ਦੀ ਸਾਂਝ ਜਾਂ ਕੋਈ ਰੂਹਾਂ ਦੀ ਸਾਂਝ ਜਾਂ ਕੋਈ ਵਾਈਬ੍ਰੇਸ਼ਨ ਦਾ ਮੈਨੂੰ ਨਹੀਂ ਪਤਾ ਵੀ ਇਹ ਕੀ ਹੈਗਾ। ਪਰ ਸੰਤ ਸਾਡੇ ਅੰਗ ਸੰਗ ਹੈਗੇ ਆ, ਸਮੂਹ ਪੰਥ ਦੇ ਅੰਗ ਸੰਗ ਆ, ਇਕੱਲੇ ਮੇਰੇ ਨਹੀਂ ਸਮੂਹ ਪੰਥ ਦੇ ਅੰਗ ਸੰਗ ਆ। ਜਿਹੜਾ ਵੀ ਬਾਣੀ ਧਿਆਉਂਦਾ ਹੈਗਾ, ਜਿਨ੍ਹਾਂ ਦਾ ਵੀ ਸਿੱਖ ਧਰਮ 'ਚ ਵਿਸ਼ਵਾਸ ਆ ਤੇ ਜਿਹੜੇ ਸੰਤਾਂ ਨੂੰ ਆਪਣਾ ਲੀਡਰ ਮੰਨਦੇ, ਅਧਿਆਤਮਕ ਰਹਿਬਰ ਮੰਨਦੇ ਹੈਗੇ ਆ, ਸਾਰੇ ਹੀ ਸੰਤਾਂ ਨੂੰ ਫੀਲ ਕਰ ਸਕਦੇ ਤੇ ਕਰਦੇ ਆ। ਬਹੁਤ ਉੱਚੀਆਂ ਰੂਹਾਂ ਸੰਤਾਂ ਨੂੰ ਫੀਲ ਕਰਦੀਆਂ। ਇੱਥੇ ਆ ਕੇ ਉਹ ਮੈਂ ਜਿਵੇਂ ਪਹਿਲਾਂ ਵੀ ਤੁਸੀਂ ਉਹਨਾਂ ਦੇ ਮੈਨੂੰ ਘਰ ਵੀ ਲਗਾਏ ਸੀ ਸੰਤਾਂ ਦੇ, ਉਹਨਾਂ ਦੀਆਂ ਬਹੁਤ ਡੀਪ ਵਾਈਬ੍ਰੇਸ਼ਨ ਫੀਲ ਹੁੰਦੀ। ਵੀਰ ਵੀ ਬੈਠੇ ਹੋਏ ਆ ਇੱਧਰ, ਕਰਮਚਾਰੀ ਵੀ ਬੈਠੇ ਹੋਏ ਆ, ਇਹਨਾਂ ਨਾਲ ਵੀ ਗੱਲ ਕਰਦੇ ਆ। ਬਾਈ ਵੀਰ ਕਹਿ ਰਿਹਾ ਕਿ ਮੈਂ ਆਇਆ ਇੱਥੇ ਹੈ ਨਾ, ਤੇ ਮੈਨੂੰ ਫੀਲ ਹੋ ਰਿਹਾ ਚਿਹਰੇ। ਤੁਸੀਂ ਤਾਂ ਇੱਥੇ ਰੋਜ਼ ਬੈਠੇ ਹੋ, ਕੰਮ ਕਰਦੇ ਹੋ, ਤੇ ਤਸਵੀਰ ਵੀ ਮੈਂ ਪੁੱਛਣਾ ਚਾਹੂੰਗਾ, ਇਹ ਕਦੋਂ ਲਿਆ ਕੇ ਲਾਈ ਗਈ? ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਰੂਮ ਸੰਤਾਂ ਕੋਲ ਸੀ? ਇਹ ਸਰ ਸਾਨੂੰ 2 ਸਾਲ ਪਹਿਲਾਂ ਨਾ ਸਿੰਘ ਆਏ ਸੀ ਅਮਰੀਕਾ ਤੋਂ, ਜਿਹੜੇ ਉਹਨਾਂ ਦੇ ਨਾਲ ਵਿਚਰਦੇ ਸੀ ਸੰਤਾਂ ਜੀ ਦੇ ਨਾਲ। ਤੋਂ ਇੱਕ ਦਿਨ ਆਏ ਤੇ ਆ ਕੇ ਉਹਨਾਂ ਨੂੰ ਤੇ ਮਤਲਬ ਪੈਰਾਂ ਤੇ ਚੜਿਆ ਹੋਇਆ ਸੀ ਇਹ ਰੂਮ, ਕੀ ਜਿਸ ਤਰ੍ਹਾਂ ਆਉਣਾ ਤੇ ਇੱਧਰ ਆਉਣਾ, ਮਤਲਬ ਪੁਰਾਣੇ ਸਮੇਂ ਤੇ ਉਹਨਾਂ ਆ ਕੇ ਇੱਕ ਵਾਰੀ ਮੈਮੋਰਾਈਜ਼ ਕੀਤਾ ਆਪਣਾ ਸਾਰਾ ਪੁਰਾਣਾ ਵਕਤ। ਸਾਨੂੰ ਦੱਸ ਕੇ ਗਏ ਕਿ ਇੱਥੇ ਸੰਤ ਜੀ ਬਹਿੰਦੇ ਹੁੰਦੇ ਸੀ, ਇੱਥੇ ਉਹਨਾਂ ਦਾ ਆਸਣ ਹੁੰਦਾ ਸੀ, ਉਹ ਮਤਲਬ ਇੱਥੇ ਬਾਣੀ ਵੀ ਪੜ੍ਹਿਆ ਕਰਦੇ ਸੀ। ਲੋਕੀ ਜਿਹੜੇ ਉਹਨਾਂ ਨੂੰ ਪ੍ਰੋਬਲਮ ਲੈ ਕੇ ਆਉਂਦੇ ਸੀ ਉਹਨਾਂ ਨਾਲ ਵੀ ਉਹ ਗੱਲਬਾਤ ਕਰਦੇ, ਉਹਨਾਂ ਦਾ ਹੱਲ ਕਰਦੇ ਸੀ। ਕਈ ਵਾਰੀ ਲੋਕ ਖੁਸ਼ੀਆਂ ਲੈ ਕੇ ਆਉਂਦੇ ਸੀ ਕਿ ਸਾਡਾ ਕੰਮ ਬਣ ਗਿਆ, ਜੋ ਵੀ ਹੈ ਨਾ। ਬੜੇ ਤਗੜੇ ਲੀਡਰ ਸੀ ਉਹ, ਤੇ ਉਹਨਾਂ ਦੇ ਲੋਕਾਂ ਦੇ ਕੰਮ ਕਰਦੇ ਸੀ ਲੋਕ। ਤੇ ਉਦੋਂ ਤੋਂ ਸਾਨੂੰ ਅੰਦਰੋਂ ਚਲੋ ਖੁਸ਼ਕਿਸਮਤੀ ਫੀਲ ਹੋਈ ਕਿ ਆਪਾਂ ਬਹੁਤ ਲੱਕੀ ਆ ਕਿ ਹਨਾ, ਕਿ ਆਪਾਂ ਇੱਥੇ ਇੱਕ ਤੇ ਜੌਬ ਕਰਨ ਦੇ ਇੱਕ ਬੜੀ ਤਗੜੀ ਜਗ੍ਹਾ ਅਸੀਂ ਬੈਠੇ ਹਾਂ ਕਿ ਜਿੱਥੇ ਸੰਤ ਜੀ ਇੰਨਾ ਵਧੀਆ ਪ੍ਰਭਾਵ ਪਾ ਕੇ ਗਏ ਪੂਰੀ ਸਿੱਖ ਸੰਗਤ ਦੇ। ਤੇ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਫਿਰ ਥੋੜਾ ਜਿਹਾ ਸਾਰਿਆਂ ਨੇ ਸੋਚਿਆ ਕਿ ਆਪਾਂ ਸੰਤ ਜੀ ਦਾ ਸਰੂਪ ਲਾਈਏ। ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਸਾਡੇ ਕੋਲ ਜਦੋਂ ਤੋਂ ਹੈਗੇ ਆ ਉਦੋਂ ਦਾ ਹੀ, ਗੁਰੂ ਗੋਬਿੰਦ ਸਿੰਘ ਜੀ ਦਾ ਵਿਖਾਇਓ ਤੇ ਸੰਤ ਜੀ ਦਾ ਵੀ। ਤੇ ਇਹ ਵੀ ਉਹਨਾਂ ਦੇ ਬੱਚੇ ਸੀ ਹਨਾ, ਇਹਨੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਸਿਖਾਇਆ ਉਹਨਾਂ ਦੇ ਬਿਲਕੁਲ ਐਗਜ਼ੈਕਟ ਤੁਰੇ ਨੇ। ਤੇ ਉਸ ਕਰਕੇ ਫਿਰ ਆਪਾਂ ਸਾਡੇ ਜਿਹੜੇ ਕਾਊਂਟਰ ਸਾਹਿਬ ਸਾਰਿਆਂ ਨੇ ਰਲ ਮਿਲ ਕੇ ਸੋਚਿਆ ਕਿ ਆਪਾਂ ਉਹਨਾਂ ਦਾ ਵੀ ਸਰੂਪ ਲਿਆਈਏ। ਅਸੀਂ ਚਲੋ ਥੋੜੇ ਸਾਰਿਆਂ ਨੇ ਕਲੈਕਟ ਕਰਕੇ ਪੈਸੇ, ਕਿ ਸਾਰਿਆਂ ਦਾ ਹਿੱਸਾ ਪਵੇ। ਇਹ ਨਹੀਂ ਕਿ ਮਤਲਬ ਕੋਈ ਬੜੀ ਮਹਿੰਗੀ ਚੀਜ਼ ਹੀ, ਪਰ ਹਰ ਇੱਕ ਦਾ ਕੋਈ ਹਿੱਸਾ ਪਵੇ। ਤੇ ਇਸ ਕਰਕੇ ਆਪਾਂ ਕਲੈਕਟ ਕਰਕੇ ਤੇ ਲਿਆਂਦੇ ਕਿ ਜਿਹੜਾ ਵੀ ਕਈ ਵਾਰੀ ਆਉਂਦੇ ਨੇ, ਇੱਕ ਵਾਰੀ ਆਏ, ਕਈ ਵਾਰੀ ਆਏ ਨੇ, ਫਿਰ ਉਹੀ ਸਿੰਘ ਬਾਰ-ਬਾਰ ਆਉਂਦੇ, ਜਿਹੜੇ ਮੇਰੇ ਹਿਸਾਬ ਨਾਲ ਮੇ ਵੀ ਕਹਿੰਦੇ ਸੀ ਮੈਂ ਗੜਵਈ ਆ ਉਹਨਾਂ ਦਾ। ਸਾਨੂੰ ਥੋੜਾ ਨਾਮ ਭੁੱਲ ਗਿਆ ਮੈਂ ਕੌਣ ਸੀ। ਉਹਨਾਂ ਨੇ ਮੈਨੂੰ ਫੋਟੋ ਵਿਖਾਈ, ਇੱਕ ਜਿਹੜੀ ਦੁੱਖ ਭੰਜਨੀ ਬੇਰੀ ਤੋਂ ਤੁਰਦੇ ਆਉਂਦੇ ਨਾ, ਉਹਦੇ ਨਾਲ ਉਹਨਾਂ ਨੇ ਉਹ ਤੁਰੇ ਆਉਂਦੇ, ਕਹਿੰਦੇ ਸੀ ਕਿ ਮੈਂ ਵਾਂ। ਤੇ ਸਾਨੂੰ ਉਹਨਾਂ ਨੇ ਕਾਫੀ ਬਾਕੀ ਹੋਰ ਵੀ ਦੱਸੀਆਂ ਸੀ, 1-2 ਗੱਲਾਂ ਥੋੜੀ ਜਿਹੀ ਭੁੱਲ ਗਈਆਂ। ਇੱਕ ਮੈਂ ਦੱਸਦਾ ਤੁਹਾਨੂੰ ਗੱਲ, ਉਹਨਾਂ ਨੇ ਦੱਸਿਆ, ਕਹਿੰਦੇ ਇੱਕ ਵਾਰੀ ਨਾ ਇੱਕ ਮਤਲਬ ਆਇਆ ਸੀ ਕੋਈ ਬੰਦਾ ਆਇਆ ਕਿ ਉਹਨਾਂ ਨੂੰ ਸੰਤ ਜੀ ਨੂੰ ਮਾਰਨ ਵਾਸਤੇ ਆਇਆ ਸੀ, ਇਸੇ ਜਗ੍ਹਾ ਆਇਆ ਸੀ। ਉਹਨਾਂ ਨੇ ਸਾਨੂੰ ਦੱਸੀ, ਪੂਰੀ ਸਟੋਰੀ ਦੱਸੀ ਸੀ
ਥੋੜਾ ਥੋੜਾ ਮੈਂ ਭੁੱਲੂੰਗਾ, ਪਰ ਮੈਨੂੰ ਮੇਨ ਚੀਜ਼ ਜਿਹੜਾ ਇਹ ਯਾਦ ਆ ਮੈਨੂੰ ਅੰਦਰ ਦੀ। ਉਹ ਕਹਿੰਦੇ ਕਿ ਆਇਆ ਤੇ ਇੱਥੋਂ ਵੇਖਿਆ ਤੇ ਉਹ ਤੋਂ ਪਤਾ ਨਹੀਂ ਕੀ ਹੋਇਆ, ਤੋਂ ਕਰ ਨਹੀਂ ਪਾਇਆ ਆਪਣਾ ਹਨਾ ਕੰਮ। ਹਾਂ ਤੇ ਉਹ ਮਤਲਬ ਕਰ ਨਹੀਂ ਆਪਣਾ ਜੋ ਕੰਮ ਕਰਨਾ ਹੈ ਕਰ ਨਹੀਂ ਆਇਆ। ਤੇ ਫਿਰ ਅਖੀਰ 'ਚ ਜਦੋਂ ਬਾਕੀ ਮੈਨੂੰ ਸਟੋਰੀ ਵੀਰ ਦੱਸ ਦੂਗਾ, ਉਹ ਥੋੜਾ ਜਿਹਾ ਉਹਨੂੰ ਕਲੀਅਰਿਟੀ ਆ। ਤੇ ਇੱਧਰ ਵੀ ਹੋਰ ਵੀ ਕਰਮਚਾਰੀ ਬੈਠੇ ਹੋਏ ਆ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਵੀਰ ਦੱਸ ਰਹੇ ਸੀਗੇ ਸਾਨੂੰ ਜਿਹੜੇ ਗੜਬਈ ਸਿੰਘ ਸੀਗੇ ਸੰਤਾਂ ਦੇ, ਤੇ ਉਹ ਦੱਸ ਰਹੇ ਸੀ ਕਿ ਕੋਈ ਮਾਰਨ ਆਇਆ ਸੀ ਇਸੇ ਕਮਰੇ 'ਚ। ਜੀ ਗੜਵਈ ਸਿੰਘ ਸੀ, ਅਮਰੀਕਾ ਤੋਂ ਆਏ ਸੀ। ਉਹਨਾਂ ਨੇ ਸਾਨੂੰ ਇਤਿਹਾਸ ਬਾਰੇ ਥੋੜਾ ਜਿਹਾ ਜਾਣਕਾਰੀ ਦਿੱਤੀ ਸੀ। ਉਹ ਨਾ ਇੱਥੇ ਬੈਠੇ ਹੋਏ ਸੀ ਸੰਤ ਜੀ, ਤੇ ਇਸ ਜਗ੍ਹਾ ਤੇ ਬੈਠੇ ਹੋਏ ਥੱਲੇ ਆਸਣ ਲਾਇਆ ਸੀ, ਤੇ ਕੋਈ ਉਹਨਾਂ ਨੂੰ ਮਾਰਨ ਵਾਸਤੇ ਆਇਆ। ਤੇ ਜਦੋਂ ਉਹ ਦਰਵਾਜ਼ੇ ਤੋਂ ਲੰਘਿਆ ਤੇ ਉਦੋਂ ਸੰਤਾਂ ਦਾ ਨੂਰ ਵੇਖ ਕੇ, ਚਿਹਰਾ ਵੇਖ ਕੇ, ਤੇ ਉਹ ਪਿਸਤੌਲ ਉਹਦਾ ਉੱਥੇ ਡਿੱਗ ਪਿਆ। ਤੇ ਮੁੜ ਕੇ ਉਹਨਾਂ ਨੇ ਸੰਤਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਤੁਹਾਨੂੰ ਮਾਰਨ ਵਾਸਤੇ ਆਇਆ। ਤੇ ਸੰਤਾਂ ਨੇ ਉਹਨੂੰ ਇੱਕ ਡੱਬਾ ਦਿੱਤਾ ਮਠਿਆਈ ਦਾ, ਕਹਿੰਦੇ ਕਿ ਜੇ ਤੂੰ ਸਾਡੇ ਕਿਸੇ ਸਿੰਘ ਨੂੰ ਮਾਰਨ ਆਇਆ ਹੁੰਦਾ ਤੇ ਫਿਰ ਤੈਨੂੰ ਅਸੀਂ ਇੱਥੇ ਝਿੜਕਾ ਦੇਣਾ, ਤੂੰ ਸਾਨੂੰ ਮਾਰਨ ਆਇਆ, ਲੈ ਡੱਬਾ ਲੈ ਤੇ ਆਪਣੇ ਸਾਥੀਆਂ ਨੂੰ ਵੀ ਜਾ ਕੇ ਮਾਰ। ਇਸ ਤਰ੍ਹਾਂ ਦਾ ਸੁਭਾਅ ਸੀ ਸੰਤਾਂ ਦਾ। ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਸ ਜਗ੍ਹਾ ਤੇ ਸੰਤ ਗਏ ਨੇ। ਇਹ ਉਹਨਾਂ ਨੇ ਆਪਣੀ ਯਾਦ ਸਾਂਝੀ ਕੀਤੀ ਸਾਡੇ ਨਾਲ। ਗੜਵਈ ਆਏ ਸੀ ਅਮਰੀਕਾ ਤੋਂ। ਕੀ ਹੁੰਦਾ ਜਿਵੇਂ ਬਾਈ ਨਾਲ ਮੈਂ ਗੱਲ ਕਰ ਰਿਹਾ ਸੀ, ਕਹਿੰਦੇ ਮੈਂ ਪਹਿਲੀ ਵਾਰੀ ਇੱਥੇ ਆਇਆ ਤੇ ਮੈਨੂੰ ਜਿਹੜਾ ਔਰਾ ਜਿਹੜਾ ਇੱਥੋਂ ਦਾ ਉਹ ਵਾਈਬਸ ਮਿਲ ਰਹੀਆਂ ਮੈਨੂੰ ਵੀ ਇੱਥੇ ਕਦੇ ਬੈਠਿਆ ਕਰਦੇ ਸੀ ਸੰਤ। ਜਾਂ ਜਿਵੇਂ ਆਪਾਂ ਅਕਾਲ ਤਖਤ ਸਾਹਿਬ ਜਾਂਦੇ ਹਾਂ, ਮਹਿਸੂਸ ਕਰਦੇ ਹਾਂ ਕਿ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਿਰਜਿਆ ਇੱਥੇ ਬੈਠਿਆ ਕਰਦੇ ਸੀਗੇ, ਤਖਤ ਦੇ ਉੱਤੇ ਬੈਠਿਆ ਕਰਦੇ ਸੀ। ਤੇ ਉਹ ਫੀਲ ਹੁੰਦਾ ਤੁਹਾਨੂੰ? ਤੁਸੀਂ ਰੋਜ਼ ਕੰਮ ਕਰਦੇ ਹੋ? ਸਾਨੂੰ ਹਰ ਸਮੇਂ ਹੁੰਦਾ ਜੀ, ਇਹਨਾਂ ਨੂੰ ਤੇ ਹੁਣ ਹੁੰਦਾ ਨਾ, ਸਾਨੂੰ ਹਰ ਸਮੇਂ ਹੁੰਦਾ। ਸਾਡੇ ਕਾਉਂਟਰ ਸਾਹਿਬ ਅਕਸਰ ਹੀ ਇਹ ਗੱਲ ਕਰਦੇ ਰਹਿੰਦੇ, ਇਹਨਾਂ ਨੂੰ ਹਰ ਵੇਲੇ ਹੁੰਦਾ ਹੈ। ਇਹਨਾਂ ਦੀ ਤਾਂ ਤੁਹਾਡੀ ਚੇਅਰ ਇਹ ਆ, ਤੁਸੀਂ ਇੱਥੇ ਬੈਠਦੇ ਹੋ? ਹਾਂਜੀ ਸਰ। ਤੁਹਾਡੀ ਕੁਰਸੀ ਦੇ ਪਿੱਛੇ ਹੀ ਤਸਵੀਰ ਲੱਗੀ, ਸਰੂਪ ਲੱਗਿਆ। ਹਾਂਜੀ ਸਰ। ਅਸੀਂ ਜਦੋਂ ਇਕਾਂਤ 'ਚ ਹੁੰਦੇ, ਜਦੋਂ ਮਤਲਬ ਕਿ ਇੱਥੇ ਕਈ ਵਾਰੀ ਇਕੱਲੇ ਬੈਠੇ ਹੁੰਦੇ ਆ ਤੇ ਸ਼ਾਂਤੀ ਹੁੰਦੀ ਪੂਰੀ, ਉਦੋਂ ਸਾਨੂੰ ਕਈ ਵਾਰੀ ਸਾਡੇ ਕੰਨ 'ਚ ਨਾ ਵਾਹਿਗੁਰੂ ਵਾਹਿਗੁਰੂ ਆਵਾਜ਼ ਲੱਗਦੀ ਆ। ਅਸੀਂ ਇਕਾਂਤ ਚੁੱਪ ਕਰਕੇ ਬਹਿ ਕੇ ਸੁਣੀ ਦੀ ਆ, ਸਾਨੂੰ ਉਹ ਮਹਿਸੂਸ ਹੁੰਦੀ ਜਿੱਦਾਂ ਵੀਰ ਜੀ ਹੋਣਾ ਕਹਿਣਾ, ਉਹ ਸਾਨੂੰ ਚੀਜ਼ ਮਹਿਸੂਸ ਹੁੰਦੀ ਉੱਥੇ ਕਈ ਵਾਰ। ਤੇ ਅਸੀਂ ਬੜੇ ਖੁਸ਼ ਸੀ ਮੈਂ ਵੀ ਇਹ ਕਮਰੇ 'ਚ ਬੈਠੇ ਹਾਂ। ਕੀ ਦੱਸਿਆ ਗੜਬਈ ਸਿੰਘ ਹੋਰਾਂ ਨੇ? ਜੇ ਮੈਂ ਪੁੱਛਾਂ, ਜਿਹੜੇ ਵੀਰ ਆਏ ਸੀਗੇ ਸੰਤਾਂ ਦੇ ਸਾਥੀ ਸੀਗੇ, ਮਤਲਬ ਕਿੱਥੇ ਬੈਠਿਆ ਕਰਦੇ ਸੀ ਸੰਤ? ਕਿੱਥੇ ਸਾਰਾ ਸਮਾਨ ਪਿਆ ਹੁੰਦਾ ਸੀ ਉਹਨਾਂ ਦਾ, ਪੁਸਤਕਾਂ ਵਗੈਰਾ ਜਾਂ ਹੋਰ ਸਾਜੋ ਸਮਾਨ ਸਾਰਾ? ਉਹ ਵੀਰ ਜੀ ਉਹਨਾਂ ਨੇ ਦੱਸਿਆ, ਵੈਸੇ ਉਹਨਾਂ ਦਾ ਇੱਥੇ ਆਸਣ ਹੁੰਦਾ, ਪੁੰਜੇ ਬੈਠਦੇ ਹੁੰਦੇ ਸੀ, ਇੱਥੇ ਹੀ ਉਹਨਾਂ ਦਾ ਆਸਣ ਹੁੰਦਾ। ਤੇ ਸਾਹਮਣੇ ਇਦਾਂ ਜਿਹੜੇ ਕੋਈ ਮਿਲਣ ਵਾਸਤੇ ਕੋਈ ਸੱਜਣ ਕੋਈ ਸਿੱਖ ਵੀਰ ਹੁੰਦੇ ਸੀ, ਉਹ ਸਾਹਮਣੇ ਬਹਿ ਕੇ ਉਹਨਾਂ ਨਾਲ ਗੱਲ ਕਰਦੇ ਹੁੰਦੇ। ਉਹ ਜ਼ਿਆਦਾ ਇੱਥੇ ਮਿਲਦੇ, ਇੱਥੇ ਆਸਣ ਤੇ ਬੈਠੇ ਹੁੰਦੇ। ਬਾਕੀ ਉਹਨਾਂ ਨੇ ਉਦੋਂ ਆਹ ਜਗ੍ਹਾ ਨਹੀਂ ਹੁੰਦੀ, ਆਹ ਇਕੱਲੀ ਅਲਮਾਰੀ ਹੁੰਦੀ ਸੀ, ਇੱਥੇ ਉਹਨਾਂ ਨੇ ਆਪਣਾ ਮਤਲਬ ਬੁੱਕਸ ਕੋ ਜੋ ਵੀ ਆਪਣੀ ਚੀਜ਼ ਰੱਖੀ। ਅਲਮਾਰੀ 'ਚ ਹੁਣ ਕੀ ਪਿਆ ਹੋਇਆ? ਹੁਣ ਤਾਂ ਸਾਡਾ ਰਿਕਾਰਡ ਹੈਗਾ ਜੀ, ਹੁਣ ਅਸੀਂ ਆਪਣਾ ਰਿਕਾਰਡ ਰੱਖਿਆ। ਵੈਸੇ ਉਹਨਾਂ ਨੇ ਕਹਿਣ ਦੇ ਮੁਤਾਬਕ ਇਹ ਵੀ ਇੱਥੇ ਉਹਨਾਂ ਨੇ ਆਪਣਾ ਰਿਕਾਰਡ ਰੱਖਿਆ, ਆਪਣੀ ਬੁੱਕਸ ਜੋ ਵੀ ਆ ਇੱਥੇ ਰੱਖੇ ਹੁੰਦੇ। ਬਾਕੀ ਉਹ ਬਾਅਦ ਚੋਂ ਬਣਿਆ ਸਭ। ਬਾਥਰੂਮ ਇੱਥੇ ਪਹਿਲਾਂ ਵੀ ਹੈਗਾ। ਬਾਥਰੂਮ ਪਹਿਲਾਂ ਹੀ ਸੀ? ਸੰਤ ਜਦੋਂ ਰਹਿੰਦੇ ਸੀ ਤਾਂ ਅਟੈਚ ਬਾਥਰੂਮ ਸੀ? ਹਾਂਜੀ, ਉਹ ਪਹਿਲਾਂ ਹੈਗਾ। ਸਿਰਫ ਪੱਖੇ ਵੀ ਕਹਿੰਦੇ ਸੀ ਵੀ ਇਹ ਹੁਣ ਨਵੇਂ ਹੋ ਗਏ, ਪਹਿਲਾਂ ਪੱਖੇ ਦੂਜੇ ਹੁੰਦੇ, ਪੁਰਾਣੇ ਹੁੰਦੇ ਸੀ। AC ਵਗੈਰਾ ਸਭ ਬਾਅਦ ਚ ਲੱਗੇ ਆ। ਸਿਰਫ ਸਾਦਾ ਜਿਹਾ ਕੰਮ ਹੀ, ਕੋਈ ਇਹਨਾਂ ਦਾ ਕੋਈ ਏਡਾ ਹਾਈ ਫਾਈ ਕੰਮ ਨਹੀਂ ਹੈ। ਸਿੰਪਲ ਜਿਹੇ ਹੁੰਦੇ, ਆਮ ਥੱਲੇ ਆਸਣ ਲਾ ਕੇ ਉਹਨਾਂ ਨੇ ਬੈਠੇ ਰਹਿਣਾ ਤੇ ਸਾਹਮਣੇ ਏਦਾਂ ਸੰਗਤ ਨੂੰ ਮਿਲਦੇ ਹੁੰਦੇ, ਆਪੋ ਵੀ ਰਹਿਣੇ ਚਾਹੀਦੇ ਹੁੰਦੇ। ਸਰੂਪ ਦਾ ਮਨ 'ਚ ਕਿਵੇਂ ਆਇਆ ਤੁਹਾਡੇ ਵੀ ਤਸਵੀਰ ਲਾਈ ਜਾਵੇ ਉਹਨਾਂ ਦੀ ਕਮਰੇ 'ਚ, ਜਦੋਂ ਪਤਾ ਲੱਗਿਆ ਤੁਹਾਨੂੰ ਵੀ ਉਹਨਾਂ ਦਾ ਕਮਰਾ? ਹਾਂਜੀ, ਉਹ ਬਾਹਰੋਂ ਅਮਰੀਕਾ ਤੋਂ ਜਦੋਂ ਆਏ ਉਹਨਾਂ ਨੇ, ਉਹ 2-3 ਵਾਰੀ ਆਏ ਆ। ਸਾਡੇ ਮਨ ਚੋਂ ਬਾਅਦ ਚ ਆਇਆ ਵੀ ਐਡੀ ਸੰਗਤ ਏਡੀ ਦੂਰੋਂ ਆ ਕੇ ਉਹਨਾਂ ਬਾਰੇ ਪੁੱਛਦੀ, ਇੱਥੇ ਦੱਸਦੇ ਇੱਕ ਦੂਜੇ ਨੂੰ। ਤੇ ਸਾਡੇ ਮਨ ਚ ਵੀ ਆਇਆ ਤੇ ਅਸੀਂ ਉਹਨਾਂ ਦੀ ਤਸਵੀਰ ਲਾ ਕੇ ਲਾਈਏ। ਫਿਰ ਅਸੀਂ ਇੱਕ ਜਣਾ ਵੀ ਲਿਆ ਸਕਦਾ ਸੀ ਕਿ ਨਹੀਂ ਵੀ ਚਲੋ ਆਪਣਾ ਸਾਰਿਆਂ ਦਾ ਯੋਗਦਾਨ ਪਾਉਣਾ ਚਾਹੀਦਾ ਇਹਦੇ ਵਿੱਚ, ਤੇ ਸਾਰਿਆਂ ਦਾ ਯੋਗਦਾਨ ਲੈ ਕੇ ਤਾਂ ਤਸਵੀਰ ਲਾਈ। ਇਹ ਕਮਰਾ ਜਿਹੜਾ ਤੁਹਾਨੂੰ ਦਿਖਾ ਰਹੇ ਸੀਗੇ, ਇਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕਮਰਾ। ਇੱਥੇ ਬੈਠਿਆ ਕਰਦੇ ਸੀਗੇ ਸੰਤ। ਸਾਹਮਣੇ ਜਿਹੜੀ ਉਹ ਅਲਮਾਰੀ ਆ, ਉਸ ਦੇ ਵਿੱਚ ਪੁਸਤਕਾਂ ਪਈਆਂ ਹੁੰਦੀਆਂ ਸੀਗੀਆਂ, ਹੋਰ ਸਾਜੋ ਸਮਾਨ ਜਿਹੜਾ ਉਹਨਾਂ ਦਾ ਪਿਆ ਹੁੰਦਾ ਸੀ ਇਸੇ ਕਮਰੇ 'ਚ। ਤੇ ਇਸੇ ਕਮਰੇ ਤੋਂ ਬਾਅਦ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਚਲੇ ਜਾਂਦੇ ਆ ਸੰਤ। ਤੇ ਪਰ ਉਸ ਤੋਂ ਪਹਿਲਾਂ ਜਿਹੜਾ ਸਮਾਂ ਬਤੀਤ ਕੀਤਾ ਇਸ ਕਮਰੇ ਦੇ ਵਿੱਚ ਬਤੀਤ ਕੀਤਾ ਸੀ, ਇੱਕ ਸੰਖੇਪ ਜੀ ਕੋਸ਼ਿਸ਼ ਕੀਤੀ ਅਸੀਂ ਤੁਹਾਨੂੰ ਇਹ ਕਮਰਾ ਦਿਖਾਉਣ ਦੀ। ਤੇ ਯਾਦ ਜਿਹੜੀ ਹਮੇਸ਼ਾ ਹੀ ਸਿੱਖ ਸੰਗਤਾਂ ਕਹਿੰਦੀਆਂ ਨੇ ਕਿ ਸਾਡੇ ਅੰਗ ਸੰਗ ਨੇ ਸੰਤ। ਜਿਵੇਂ ਬਾਈ ਸਿਮਰ ਹੋਰਾਂ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਸੰਤ ਹਰ ਇੱਕ ਦੇ ਅੰਗ ਸੰਗ ਨੇ। ਜਿਵੇਂ ਗੁਰਬਾਣੀ 'ਚ ਆਪਾਂ ਨਿਤਨੇਮ ਪੜ੍ਹਦੇ ਹਾਂ, ਅਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਕੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ SK ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ।